सर बोलो जी। सर वैसे चैप्टर है थोड़े को यूनिट 7 का डी चैप्टर चैप्टर है अपने को थर्मल प्रॉपर्टीज ऑफ मैटर। थर्मल प्रॉपर्टीज ऑफ मैटर, ठीक है जी। थर्मल प्रॉपर्टीज ऑफ मैटर ਦੇ ਅੰਦਰ ਬੇਸਿਕਲੀ ਜਿਹੜੇ ਮੈਂ ਦੋ ਹੀਟ ਟੈਂਪਰੇਚਰ ਛੁੜਾਏ, ਜਲਦੀ ਜਲਦੀ ਉਹਦੀ ਇੰਟਰੋਡਕਸ਼ਨ ਦੇ ਜਾਵਾਂਗਾ। ਹੀਟ ਤੇ ਟੈਂਪਰੇਚਰ ਅਸੀਂ ਕਿਹਨੂੰ ਕਹਿੰਦੇ? ਕਹਿੰਦਾ ਪੁੱਤ ਹੀਟ ਡਿਫਾਈਨ ਕਰੀਏ ਤਾਂ ਅਸੀਂ ਕਹਿੰਦੇ ਇਟ ਇਜ਼ ਅ ਫਾਰਮ ਆਫ એનર્ਜੀ, it is a form of energy which give us the sensation of warmthness, है ना। ਜਿਹੜੀ ਕਹਿੰਦਾ ਜੀ એનર્ਜੀ ਦੀ ਫਾਰਮ ਨਾਲ ਮੈਨੂੰ ਐਸ ਸੱਚ ਵਾਰਮ ਫੀਲ ਕਰਨ ਦੀ ਸੈਂਸੇਸ਼ਨ ਮਿਲਦੀ ਆ, ਉਸ એનર્ਜੀ ਦੀ ਫਾਰਮ ਨੂੰ ਅਸੀਂ ਹੀਟ ਨਾਮ ਦਿੰਦੇ ਆ। ਤੇ ਕਿਸੇ ਬਾਡੀ ਦੇ ਅੰਦਰ ਅਮਾਉਂਟ ਆਫ ਹੀਟ ਹੋਏਗੀ ਕਿੰਨੀ, ਅਸੀਂ ਉਸ ਚੀਜ਼ ਨੂੰ ਮੇਜ਼ਰ ਕਰਨਾ ਹੋਵੇ ਤੇ ਕਹਿੰਦਾ ਜੀ that always to be measured by the temperature, ठीक है। यानी क्वांटिटी ऑफ हीट प्रेजेंट इन ए गिवन बॉडी, डिग्री ऑफ हीट कहता जी प्रेजेंट इन ए बॉडी, that always to be measured by the temperature of the given body। और टेंपरेचर ਨੂੰ ਮੇਜ਼ਰ ਕਰਨ ਲਈ ਸਾਡੇ ਕੋਲ ਡਿਫਰੈਂਟ ਸਕੇਲ ਅਵੇਲੇਬਲ ਆ। ਉਹਨਾਂ ਚੋਂ ਇੱਕ ਸਕੇਲ ਨੂੰ ਅਸੀਂ ਨਾਮ ਦੇ ਦਿੰਦੇ, ਮੇਰੇ ਕੋਲ ਆ ਜਾਏਗੀ ਜਿਹੜੀ ਕੈਲਵਿਨ ਸਕੇਲ, ਇੱਕ ਸਾਡੇ ਕੋਲ ਆ ਜਾਂਦੀ ਕਹਿੰਦਾ ਸੈਲਸੀਅਸ ਸਕੇਲ, ਇੱਕ ਸਾਡੇ ਕੋਲ ਆ ਜਾਂਦੀ ਫੈਰਨਹਾਈਟ ਸਕੇਲ ਤੇ ਇੱਕ ਆ ਜਾਂਦੀ ਰਿਊਮਰ ਸਕੇਲ। ਨਾਰਮਲੀ ਚਾਰ ਆਪਾਂ ਸਕੇਲ ਲੈ ਕੇ ਚੱਲਦੇ ਪਏ ਜਿਹੜੇ ਬੇਸ ਤੇ ਸਾਡੇ ਥਰਮੋਮੀਟਰ ਬੇਸਡ ਆ। ਇਹਨਾਂ ਤੋਂ ਇਲਾਵਾ ਵੀ ਸਾਡੇ ਕੋਲ ਡਿਫਰੈਂਟ ਟਾਈਪ ਦੇ ਥਰਮੋਮੀਟਰ ਹੁੰਦੇ ਆ, ਠੀਕ ਹੈ। ਜਿਹਨਾਂ ਚਾਰਾਂ ਦੀ ਮੈਂ ਗੱਲ ਕਰਦਾ ਪਿਆ ਸਕੇਲ ਦੀ, ਇਹਦਾ ਬੇਸਿਕ ਫਿਨੋਮੀਨਾ ਜਿਹੜਾ ਵਾ ਉਹ ਹੀਟਿੰਗ ਇਫੈਕਟ ਆ। ਕਿ ਵੀ ਜਦੋਂ ਤੁਹਾਡੇ ਕੋਲ ਕਿਸੇ ਐਸਐਚ ਕਹ ਲਓ ਮਰਕਰੀ ਥਰਮੋਮੀਟਰ ਦੇ ਅੰਦਰ ਉਹਨੂੰ ਬਾਡੀ ਹੀਟ ਮਿਲਦੀ ਆ, ਉਹਨੂੰ ਹੀਟ ਕਿਸੇ ਵੇ ਨਾਲ ਸਪਲਾਈ ਕਰਦੇ ਹੋ ਤਾਂ ਅਸੀਂ ਕਹਿੰਦੇ ਜੀ ਉਹਦੀ ਲੈਂਥ ਜਿਹੜੀ ਹੋਏਗੀ ਉਹ ਐਕਸਪੈਂਡ ਕਰਦੀ ਆ, ਠੀਕ ਹੈ। ਉਹਦੀ ਐਕਸਪੈਂਸ਼ਨ ਦੇ ਬਿਹਾਫ ਦੇ ਉੱਤੇ ਅਸੀਂ ਕਿਸੇ ਬਾਡੀ ਦਾ ਟੈਂਪਰੇਚਰ ਮੇਜ਼ਰ ਕਰਦੇ, ਪਰ ਕੱਲਾ ਐਸਐਚ ਟੈਂਪਰੇਚਰ ਮੇਜ਼ਰਮੈਂਟ ਜਿਹੜੀ ਆ ਹਨਾ, ਉਹ ਲਿਕੁਇਡ ਦੀ ਐਕਸਪੈਂਸ਼ਨ ਦੇ ਬੇਸ ਹੀ ਨਹੀਂ ਲੈਂਦੇ। ਅਸੀਂ ਕੋਈ ਟੈਂਪਰੇਚਰ ਕੋਈ ਥਰਮੋਮੀਟਰ ਜਿਹੜਾ ਉਹ ਰੈਜ਼ਿਸਟੈਂਸ ਬੇਸ ਵੀ ਬਣਾਉਂਦੇ ਆ। ਇਲੈਕਟ੍ਰਿਸਿਟੀ ਦੇ ਅੰਦਰ ਅਸੀਂ ਟੈਂਪਰੇਚਰ ਮੇਜ਼ਰ ਕਰਨ ਵਾਲਾ ਇਨਸਟਰੂਮੈਂਟ ਰੈਜ਼ਿਸਟੈਂਸ ਯਾਨੀ ਕਰੰਟ ਬੇਸ ਵੀ ਬਣਾਉਂਦੇ ਆ। ਤੇ ਸਾਡੇ ਕੋਲ ਹੋਰ ਵੀ ਡਿਫਰੈਂਟ ਫਿਨੋਮੀਨਾ ਵਾ ਜਿਹਦੇ ਅਕ੍ਰੋਸ ਅਸੀਂ ਐਸ ਸੱਚ ਥਰਮੋਮੀਟਰ ਬਿਲਟ ਅਪ ਕਰਦੇ, ਪਰ ਜਿਹਦੀ ਗੱਲ ਆਪਾਂ ਇਸ ਚੈਪਟਰ 'ਚ ਕਰਦੇ ਪਏ ਉਹ ਹੈਗੀ ਹੀਟ ਬੇਸ ਥਰਮੋਮੀਟਰ। ਤੇ ਹੀਟ ਬੇਸ ਜਿਹੜੇ ਥਰਮੋਮੀਟਰ ਲੈਣੇ ਪਏ ਉਹ 'ਚ ਆਪਾਂ ਚਾਰ ਸਕੇਲ ਦੇ ਨਾਮ ਦਿੰਨੇ ਪਏ। ਇੱਕ ਮੇਰੇ ਕੋਲ ਆ ਜਾਏਗੀ ਕੈਲਵਿਨ ਸਕੇਲ, ਇੱਕ ਸਾਡੇ ਕੋਲ ਆ ਜਾਏਗੀ ਕਹਿੰਦਾ ਜੀ ਜਿਹੜੀ ਐਸ ਸੱਚ ਸੈਲਸੀਅਸ ਸਕੇਲ, ਇੱਕ ਸਾਡੇ ਕੋਲ ਆ ਜਾਏਗੀ ਜਿਹੜੀ ਉਹਨੂੰ ਅਸੀਂ ਨਾਮ ਦੇ ਦਿੰਨੇ ਫੈਰਨਹਾਈਟ ਸਕੇਲ, और फोर्थ ਅਸੀਂ ਲੈ ਲੈਣੇ ਜਿਹੜੀ ਉਹਨੂੰ ਨਾਮ ਦੇ ਦਿੰਦੇ ਰਿਊਮਰ ਸਕੇਲ, ਠੀਕ ਹੈ ਜੀ। ਹਰ ਸਕੇਲ ਦੇ ਅਸੀਂ ਦੋ ਪੁਆਇੰਟ ਡਿਫਾਈਨ ਕਰਦੇ ਆ। ਇੱਕ ਅਸੀਂ ਕਹਿੰਦੇ ਜੀ ਉਹਦਾ ਫ੍ਰੀਜ਼ਿੰਗ ਪੁਆਇੰਟ ਹੋਏਗਾ, ਇੱਕ ਉਹਦਾ ਫ੍ਰੀਜ਼ਿੰਗ ਪੁਆਇੰਟ ਹੋਏਗਾ, ਔਰ ਇੱਕ ਅਸੀਂ ਕਹਿੰਦੇ ਜੀ ਉਹਦਾ ਸਬਸਟੈਂਸ ਦਾ ਬੋਇਲਿੰਗ ਪੁਆਇੰਟ ਡਿਫਾਈਨ ਕਰਦੇ ਆ, ਠੀਕ ਹੈ। ਕੈਲਵਿਨ ਸਕੇਲ ਦੇ ਅਕੋਰਡਿੰਗਲੀ ਆਪਣੇ ਕੋਲ 273 ਤੇ 373 ਆ, ठीक है जी। और रेंज अपनी जड़ी होएगी वो 100 केल्विन दी रेंज आ। जेड़ा सेल्सियस स्केल आ जाएगा वो 0 डिग्री सेल्सियस, 0 डिग्री सेल्सियस तो लेके 100 डिग्री सेल्सियस, यानी 100 डिग्री सेल्सियस दी कहना जी मेरे को चेंज आ। फैरनाइट स्केल मेरे को जड़ी 32 डिग्री फैरनाइट तो लेके 212 डिग्री फैरनाइट तक, ठीक है, यानी 180 डिग्री दी मेरे को स्केल आ। ਰਿਊਮਰ ਸਕੇਲ ਜਿਹੜੀ ਅਸੀਂ ਲੈ ਲੈਨੇ 0R ਤੋਂ ਲੈ ਕੇ 80R ਤੱਕ ਦੀ ਸਕੇਲ ਹੈ। ਇੰਨੀ ਗੱਲ ਸਮਝ ਲੱਗਦੀ ਵੀ? ਯੈਸ ਸਰ। ਹੁਣ ਜਦੋਂ ਇਹਨਾਂ ਨੂੰ ਆਪਸ ਵਿੱਚ ਕੋਰਿਲੇਟ ਕਰਨਾ ਨਾ ਤਾਂ ਅਸੀਂ ਕਹਿੰਦੇ ਜੀ ਹਰ ਸਕੇਲ ਦਾ ਜਨਰਲ ਇੱਕ ਫਾਰਮੂਲਾ ਦੇ ਰਿਹਾ, ਉਹਨੂੰ ਯਾਦ ਰੱਖ ਲਾਂਗੇ ਕਿ ਜਦੋਂ ਵੀ ਕਿਸੇ ਇੱਕ ਸਕੇਲ ਨੂੰ ਦੂਜੇ 'ਚ ਕਨਵਰਟ ਕਰਨਾ ਤੇ ਜਨਰਲ ਫਾਰਮੂਲਾ ਆ ਜਾਏਗਾ ਸਕੇਲ ਮਾਈਨਸ ਲੋਅਰ ਪੁਆਇੰਟ, ठीक है जी, ओवर या स्केल माइनस कहता जी फ्रीजिंग पॉइंट, ओवर कहता जी बॉइलिंग पॉइंट माइनस फ्रीजिंग पॉइंट। ਇਹਦੇ ਅਕੋਰਡਿੰਗਲੀ ਜੇ ਆਪਾਂ ਲਿਖ ਕੇ ਚੱਲੀਏ ਤੇ ਆਪਣੇ ਕੋਲ ਐਸਾ ਆ ਜਾਏਗਾ C - 0 ਓਵਰ 100 - 0 ਸੈਲਸੀਅਸ ਸਕੇਲ ਦਾ। ਜੇ ਮੈਂ ਐਸਾ ਚ ਕੈਲਵਿਨ ਸਕੇਲ ਲਿਖਾਂ ਤੇ K - 273 ਓਵਰ 373 - 273। ਫੈਰਨਾਈਟ ਸਕੇਲ ਲੈ ਕੇ ਚੱਲੀਏ ਤੇ F - 32 over 212 - 32,
ਤੇ ਲਾਸਟ ਆ ਜਾਏਗੀ r-0/80-0। ਜਿਹੜੀਆਂ ਵੀ ਇਹਨਾਂ ਚੋਂ ਕੋਈ ਦੋ ਸਕੇਲ ਆਪਸ ਚ ਕੋਰਿਲੇਟ ਕਰਦੀਆਂ, ਜਿਹੜੀਆਂ ਮਰਜ਼ੀ ਦੋ ਸਕੇਲ ਆਪਾਂ ਆਪਸ ਚ ਕੋਰਿਲੇਟ ਕਰ ਲਿਆ ਕਰਾਂਗੇ, ਠੀਕ ਹੈ। ਸੈਲਸੀਅਸ ਨੂੰ ਕੈਲਵਿਨ ਨਾਲ, ਸੈਲਸੀਅਸ ਨੂੰ ਫੈਰਨਹਾਈਟ ਨਾਲ ਜਾਂ ਫੈਰਨਹਾਈਟ ਨੂੰ ਕੈਲਵਿਨ ਨਾਲ, ਇਸ ਰਿਲੇਸ਼ਨ ਦੇ ਥਰੂ ਇਹ ਚਾਰ ਸਕੇਲ ਆਪਸ ਚ ਕੋਰਿਲੇਟ ਹੋ ਜਾਣਗੀਆਂ। क्या इना क्लियर? यस सर। यस सर। यस सर। थोड़ा जिहा सौखा वा, इसलिए थोड़ा जिहा स्पीड भी रखांगा बेटा, ठीक है जी। इसलिए थोड़ी स्पीड आप कवर करते चलांगे। इस तो बाद अपना जिहड़ा टॉपिक आंदा, ठीक है जी, इस चैप्टर दे अंदर वो आ जाना लीनियर एक्सपेंशन, या जनरल बोला तेन आप पहले इदा डिफाइन कर देने थर्मल एक्सपेंशन ऑफ कहना जी सॉलिड। थर्मल एक्सपेंशन का मतलब ਅਸੀਂ ਇਹ ਲੈ ਲੈਣੇ ਕਿ ਅਸੀਂ ਕਹਿੰਦੇ ਜੀ ਜਨਰਲੀ ਆਪਾਂ ਨੂੰ ਇੱਕ ਪ੍ਰੋਪਰਟੀ ਪਤਾ ਕਿ ਵੀ ਐਸ ਸੱਚ ਕਿਸੇ ਵੀ ਸੋਲਿਡ ਨੂੰ ਜਦੋਂ ਮੈਂ ਹੀਟ ਕਰਾਂ ਤੇ ਅਸੀਂ ਕਹਿੰਦੇ ਜੀ ਸੋਲਿਡ ਔਨ ਹੀਟਿੰਗ ਇਟ ਵਿਲ ਐਕਸਪੈਂਡ। ਹੁਣ ਜਦੋਂ ਸੋਲਿਡ ਹੀਟ ਕਰਨ ਤੇ ਐਕਸਪੈਂਡ ਕਰਦਾ, ਉਹ ਕਹਿੰਦਾ ਜੀ ਡਿਪੈਂਡਿੰਗ ਅਪਨ ਦਾ ਡਾਈਮੈਂਸ਼ਨ ਆਫ ਦਾ ਸੋਲਿਡ ਵੀ ਹੈਵ ਦਾ 3 ਟਾਈਪ ਆਫ ਕਹਿੰਦਾ ਜੀ ਐਕਸਪੈਂਸ਼ਨ ਆਫ ਦਾ ਸੋਲਿਡ। ਅਸੀਂ ਡਿਫਾਈਨ ਕਰਦੇ ਕਿ ਵੀ ਉਸ ਹੀਟ ਨੂੰ ਸਪਲਾਈ ਕਰਨ ਤੇ ਉਹਦੀ ਲੈਂਥ ਵਿੱਚ ਚੇਂਜ ਆਈ ਆ, ਉਹਦੇ ਏਰੀਆ ਵਿੱਚ ਚੇਂਜ ਆਈ ਆ ਕਿ ਉਹਦੇ ਵੋਲੀਅਮ ਚ ਚੇਂਜ ਆਈ ਆ। ਉਹਦੇ ਅਕੋਰਡਿੰਗਲੀ ਆਪਾਂ ਤਿੰਨ ਟਾਈਪ ਦੀ ਐਕਸਪੈਂਸ਼ਨ ਲੈ ਲੈਨੇ। ਇੱਕ ਆਪਣੇ ਕੋਲ ਆ ਜਾਏਗੀ ਲੀਨੀਅਰ ਐਕਸਪੈਂਸ਼ਨ, ਇੱਕ ਆਪਣੇ ਕੋਲ ਆ ਜਾਂਦੀ ਉਹਨੂੰ ਨਾਮ ਦਿੰਦੇ ਸੁਪਰਫੀਸ਼ੀਅਲ ਐਕਸਪੈਂਸ਼ਨ, ਔਰ ਥਰਡ ਸਾਡੇ ਕੋਲ ਆ ਜਾਂਦੀ ਜਿਹਨੂੰ ਅਸੀਂ ਨਾਮ ਦਿੰਦੇ ਕਿਊਬਿਕਲ ਐਕਸਪੈਂਸ਼ਨ, ठीक है। ਲੀਨੀਅਰ ਐਕਸਪੈਂਸ਼ਨ ਦੇ ਅੰਦਰ ਅਸੀਂ ਕੋਐਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ ਅਲਫਾ ਡਿਫਾਈਨ ਕਰਦੇ ਆ। ਇਹ ਚ ਅਸੀਂ ਡਿਫਾਈਨ ਕਰਦੇ ਕਿ ਜੇ ਤੁਹਾਡੇ ਕੋਲ ਕੋਈ ਇੱਕ ਮੈਟਲ ਵਾਇਰ ਦਿੱਤੀ ਹੋਈ ਆ ਜਿਹਦਾ ਕ੍ਰਾਸ ਸੈਕਸ਼ਨਲ ਏਰੀਆ ਉਹਦੀ ਲੈਂਥ ਦੇ ਕੰਪੈਰੀਟਿਵਲੀ ਨਿਗਲੈਕਟ ਕਰ ਸਕੀਏ, ਤੇ ਜਦੋਂ ਇਸ ਐਲ ਲੈਂਥ ਦੀ ਵਾਇਰ ਨੂੰ ਮੈਂ ਹੀਟ ਕਰਾਂਗਾ, ਠੀਕ ਹੈ, ਲੈਟ ਵੀ ਸੇ ਕਿ ਇਹਦਾ ਮੈਂ ਡੈਲਟਾ ਟੀ ਡਿਗਰੀ ਟੈਂਪਰੇਚਰ ਇਨਕਰੀਜ਼ ਕੀਤਾ, ਜਿਹਦੇ ਕਰਕੇ ਇਸ ਮੈਟਲ ਵਾਇਰ ਦੀ ਲੈਂਥ ਅੱਗੇ ਨਾਲੋਂ ਇਨਕਰੀਜ਼ ਹੋਈ। ਉਹ ਕਹਿੰਦਾ ਜਿਹੜੀ ਚੇਂਜ ਇਨ ਲੈਂਥ ਆਏਗੀ, ਜਿਹੜੀ ਚੇਂਜ ਇਨ ਲੈਂਥ ਆਏਗੀ ਇਟ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ओरिजिनल लेंथ ऑफ द वायर एंड इट डायरेक्टली प्रोपोर्शनल टू चेंज इन टेंपरेचर, ठीक है। गिवन मेटल वायर दी लेंथ हैगी कितनी सी, ओदा टेंपरेचर च चेंज कितनी आ, ये दो चीज़ां जिहड़ियां ने वो डिसाइड करदियां उस मेटल वायर दी लेंथ विच चेंज कितनी है। ते जे मैं नेक्स्ट लाइन दे अंदर इत्थे प्रोपोर्शनैलिटी कांस्टेंट हटाना, इक्वलिटी इंट्रोड्यूस करनी है, ते इहदी थां ते आपां प्रोपोर्शनैलिटी दा साइन हटा के जे इक्वलिटी लानी तो कांस्टेंट जिहड़ा लगेगा वो अल्फा आएगा, वो मेरे कोल अल्फा आएगा। इत्थे आ सिंबल प्रोपोर्शनैलिटी दे साइन लिया, इत्थे अल्फा कांस्टेंट आ अल्फा एल इनटू डेल्टा टी, ते इतो अल्फा डिफाइन करा वो आ जाएगा डेल्टा एल ओवर एल इनटू डेल्टा टी, ठीक है। यानी कोएफिशिएंट ऑफ लीनियर एक्सपेंशन is always to be defined as the ratio of change in length per unit original length per degree change in temperature of the body। और डेल्टा एल ते एल दोनों दे यूनिट सेम आ, इसलिए इन्हां दे यूनिट कैंसल करके डेल्टा टी दा जिहड़ा यूनिट आ वो अल्फा दे रेसिप्रोकली स्टैंड करदा। मतलब अल्फा दा यूनिट रेसिप्रोकल ऑफ सेल्सियस या पर केल्विन, ठीक है। इन्हां विचों मेरे कोल जिहड़ा एसएच कहंदा यूनिट स्टैंड करेगा। इन्नी गल समझ लग रही पहलों? यस सर। यस सर प्लीज सर। कर दो। हाँ बच्चे प्लीज प्लीज रिपीट कर दो। की नहीं समझ लग गया, बोल सर अल्फा तो लड़े आप क्या पुत जे प्रोपोर्शनैलिटी कांस्टेंट लवा वो मेरे को अल्फा वा, ठीक है। और अल्फा दी वैल्यू कादे बराबर आंदी, कहंदा जी हाउ मच लेंथ विल बी चेंज पर यूनिट ओरिजिनल लेंथ ऑफ द वायर पर डिग्री चेंज इन टेंपरेचर। और जे मैं यूनिट डिफाइन करा ते अल्फा दा यूनिट इतों मेरे को चेंज इन लेंथ ते लेंथ दोनों मीटरां च कैंसल हो जाना, और डेल्टा टी मेरा सेल्सियस च लवां या केल्विन च लवां, है ना, ओदा जेड़ा भी यूनिट लवांगा ਉਹਦੇ ਅਕੋਰਡਿੰਗਲੀ अल्फा ਦਾ यूनिट ਜਿਹੜਾ पर डिग्री सेल्सियस या पर केल्विन आजू। क्या गल समझ आई? यस सर। करा कंटिन्यू के पूछना कुछ और? नहीं सर कर लो कंटिन्यू। सेकंड आ गया मेरे को जेडी बॉडी गिवन आ ओदी लेंथ ना होके ओदा कहंदा जी एस सच मेरे को सरफेस एरिया गिवन आ, कोई मेटल शीट गिवन आ ऑफ 0 थिकनेस,
ਇਹਦਾ ਮਤਲਬ ਇਹਦਾ ਸਰਫੇਸ ਏਰੀਆ ਹੋਏਗਾ। ਜੇ ਮੈਂ ਇਸ ਮੈਟਲ ਸ਼ੀਟ ਨੂੰ ਹੀਟ ਕਰਾਂ ਤਾਂ ਅਸੀਂ ਕਹਿੰਦੇ ਜੀ ਇਹਦੀ ਲੈਂਥ ਬ੍ਰੈਡਥ ਦੋਨੋਂ ਇਨਕਰੀਜ਼ ਕਰਕੇ ਇਹਦਾ ਮਤਲਬ ਇਹਦਾ ਏਰੀਆ ਅੱਗੇ ਨਾਲੋਂ ਇਨਕਰੀਜ਼ ਹੋ ਗਿਆ। ਇਹਦੇ ਏਰੀਆ ਦੀ ਕਿੰਨੀ ਇਨਕਰੀਜ਼ ਆਏਗੀ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗੀ ओरिजिनल area of the given surface and change in temperature of the given body। ਤੇ ਜੇ ਇਹਦਾ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਲਗਾਈਏ ਹਨਾ, ਇਹਦੇ ਲਈ ਇਕੁਐਲਿਟੀ ਦਾ ਸਾਈਨ ਇੰਟਰੋਡਿਊਸ ਕਰਨ ਲਈ ਕਾਂਸਟੈਂਟ ਲਗਾਵਾਂ ਤੇ ਉਹ ਬੀਟਾ ਆ ਜਾਏਗਾ। ਤੇ ਬੀਟਾ ਦਾ ਫਾਰਮੂਲਾ ਬਣ ਜਾਣਾ ਚੇਂਜ ਇਨ ਏਰੀਆ ਓਵਰ ओरिजिनल ਏਰੀਆ ਇਨਟੂ ਚੇਂਜ ਇਨ ਟੈਂਪਰੇਚਰ। ਤੇ ਯੂਨਿਟ ਹੁਣ ਵੀ ਪਰ ਡਿਗਰੀ ਸੈਲਸੀਅਸ ਜਾਂ ਪਰ ਕੈਲਵਿਨ ਹੀ ਰਹਿ ਜਾਏਗਾ। क्या बीटा क्लियर है? Yes, sir. Yes, sir. Yes, sir. थर्ड ਤੁਹਾਡੇ ਕੋਲ ਆ ਜਾਏਗਾ क्यूबिकल एक्सपेंशन, यानी ਜਿਹੜੀ गिवन बॉडी ਹੋਏਗੀ ਅਸੀਂ ਕਹਿੰਦੇ ਜੀ ਉਹਦਾ ਐਸ ਸੱਚ ਮੇਰੇ ਕੋਲ ਕੋਈ ਐਸ ਸੱਚ ਮੰਨ ਲਓ ਆ ਕਿਊਬ ਗਿਵਨ ਆ, ਇਹਦਾ ਐਸ ਸੱਚ ਲੈਂਥ ਜਿਹੜੀ ਆ ਜਦੋਂ ਇਹਨੂੰ ਮੈਂ ਹੀਟ ਕੀਤਾ ਇਹਦੀ ਹਰ ਸਾਈਡ ਕਿਊਬ ਦੀ ਜਿਹੜੀ ਅੱਗੇ ਨਾਲੋਂ ਐਨਲਾਰਜ ਹੋ ਗਈ, ਜਿਹਦੇ ਕਰਕੇ ਇਹਦਾ ਵੋਲੀਅਮ ਅਸੀਂ ਕਹਿੰਦੇ ਇਨਕਰੀਜ਼ ਹੋ ਰਿਹਾ। ਤੇ ਫਿਰ ਜੇ ਕੋਐਫੀਸ਼ੀਐਂਟ ਆਫ ਕਿਊਬਿਕਲ ਐਕਸਪੈਂਸ਼ਨ ਡਿਫਾਈਨ ਕਰਨਾ ਤੇ ਡੈਲਟਾ ਵੀ ਨਾ ਕੰਡੀਸ਼ਨ ਆ ਜੂ proportional to original volume and change in temperature। ਤੇ ਇੱਥੇ coefficient of proportionality constant gamma ਵਾ and that is the ratio of change in volume over original volume into change in temperature। ਆ ਤਿੰਨ ਫਾਰਮੂਲੇ ਮੇਰੇ ਕੋਲ ਤਿੰਨ coefficient ਲਈ ਆ ਜੂਗੇ ਕਿ ਵੀ given material ਦੀ length ਉਹਦਾ ਏਰੀਆ ਜਾਂ ਉਹਦਾ ਵੋਲੀਅਮ ਚੇਂਜ ਹੁੰਦਾ ਪਿਆ। ਇਨਾ ਕਲੀਅਰ ਆ? Yes, sir. ਚਲੋ ਹੁਣ ਇਹਦੇ ਉਹਨੇ ਜਿਹੜਾ ਟੌਪਿਕ ਬਣਾ ਕੇ ਦਿੱਤਾ, ਇੱਕ ਟੌਪਿਕ ਉਹਨੇ ਦਿੱਤਾ ਡਿਰਾਈਵ ਦਾ ਰਿਲੇਸ਼ਨ ਬਿਟਵੀਨ ਐਲਫਾ ਐਂਡ ਬੀਟਾ ਤੇ ਇੱਕ ਡਿਰਾਈਵ ਦਾ ਰਿਲੇਸ਼ਨ ਬਿਟਵੀਨ ਐਲਫਾ ਐਂਡ ਗਾਮਾ। ਤੇ ਜਦੋਂ ਅਸੀਂ ਇਹਨਾਂ ਵਿੱਚੋਂ ਕਿਸੇ ਦਾ ਵੀ ਰਿਲੇਸ਼ਨ ਐਸਟੈਬਲਿਸ਼ ਕਰਨਾ ਉਹਦੇ ਲਈ ਕੰਡੀਸ਼ਨ ਕੀ ਹੈ? ਅਮਨ ਡਿਸਟਰਬੈਂਸ ਬੰਦ ਕਰ। ਇਸ ਤੋਂ ਬਾਅਦ ਆਪਣਾ ਟੌਪਿਕ ਫਿਰ ਬਣ ਜਾਂਦਾ ਰਿਲੇਸ਼ਨ ਬਿਟਵੀਨ alpha and beta, यानी coefficient of a linear expansion तो coefficient of superficial expansion या aerial expansion कहना। ਇਹਨਾਂ ਦੋ ਚ ਜਦੋਂ ਰਿਲੇਸ਼ਨ ਬਣਾਣਾ ਆਪਾਂ ਆ ਕੰਡੀਸ਼ਨ ਲੈ ਲੈਣੇ ਕਿ ਆਪਣੇ ਕੋਲ ਜਿਹੜਾ ਗਿਵਨ ਮਟੀਰੀਅਲ ਆ ਉਹਦਾ ਸਰਫੇਸ ਏਰੀਆ ਹੈਗਾ ਇੱਕ ਸਕੁਅਰ ਸ਼ੇਪ ਗਿਵਨ ਆ ਜਿਹਦੀ ਈਚ ਸਾਈਡ ਮੇਰੇ ਕੋਲ L ਗਿਵਨ ਸੀਗੀ, ਜਿਹਦੀ ਈਚ ਸਾਈਡ ਮੇਰੇ ਕੋਲ L ਗਿਵਨ ਸੀਗੀ ਐਂਡ ਲੈਟ ਵੀ ਹੀਟ ਦਿਸ ਸੋਲਿਡ। जसमीन ठीक है बेटा कर ला फिर बाद चो रिकॉर्डेड देख ली। ਇਹਦਾ ਮਤਲਬ ਮੇਰੇ ਕੋਲ ਜਿਹੜੀ ਸ਼ੀਟ ਗਿਵਨ ਆ ਉਹਦਾ ਮੇਰੇ ਕੋਲ ਐਸ ਐਚ ਕਹਿੰਦਾ ਜੀ ਸਰਫੇਸ ਏਰੀਆ ਲਵਾਂ ਤੇ ਆਪਾਂ ਆ ਡਿਫਾਈਨ ਕਰ ਦਾਂਗੇ ਵੀ ਨੋ ਦੈਟ ओरिजिनल ਸਰਫੇਸ ਏਰੀਆ ਸਾਈਡ ਸਕੁਅਰ ਆ ਜਾਏਗਾ। ਉਹ ਕਹਿੰਦਾ ਜੀ ਲੈਟ ਵੀ ਹੀਟ ਦਾ ਸੋਲਿਡ, ਲੈਟ ਵੀ ਹੀਟ ਦਾ ਸ਼ੀਟ। ਤੁਸੀਂ ਸ਼ੀਟ ਨੂੰ ਹੀਟ ਕੀਤਾ ਬਾਈ ਸਮਾਲ ਅਮਾਉਂਟ ਡੈਲਟਾ ਟੀ, ਜਿਹਦੇ ਨਾਲ ਇਹਦਾ ਐਸ ਐਚ ਮੇਰੇ ਕੋਲ ਜਿਹੜੀ ਸ਼ੀਟ ਦੀ ਹਰ ਸਾਈਡ ਜਿਹੜੀ ਆ ਉਹ ਅੱਗੇ ਨਾਲੋਂ ਮੇਰੇ ਕੋਲ ਐਕਸਪੈਂਡ ਕਰ ਗਈ ਤੇ ਨਵੀਂ ਲੈਂਥ ਇਹਦੀ ਜਿਹੜੀ ਆ ਉਹ L plus ਡੈਲਟਾ L ਆ ਗਈ। ਕਿ ਆ ਗੱਲ ਸਮਝ ਆਈ? Yes. ਜਿਹੜੀ ਲੈਂਥ ਐਕਸਪੈਂਡ ਹੋਈ ਆ ਨਾਓ ਉਹਦਾ ਨਿਊ ਏਰੀਆ ਡਿਫਾਈਨ ਕਰੀਏ। ਨਿਊ ਏਰੀਆ S ਡੈਸ਼ ਆ ਜਾਏਗਾ ਇਕੁਅਲ ਟੂ ਨਿਊ ਸਾਈਡ ਸਕੁਅਰ। ਤੇ ਪੁੱਤ ਹੁਣ ਕਰਨਾ ਇਹ ਆ S ਡੈਸ਼ ਦੀ ਵੈਲਿਊ, ठीक है, जे मैं लिखा ते L डैश दी वैल्यू ये पुट अप कर दियो। ये मतलब आपा S डैश नु लिखना S डैश दी थां ते S प्लस डेल्टा S आ जाएगा ओरिजिनल एरिया प्लस कहंदा जी इंक्रीज इन एरिया, और L डैश दी थां ते L प्लस डेल्टा L दा स्क्वायर आ जाएगा। और डेल्टा S ते डेल्टा L इना दोनों दी वैल्यू डेल्टा L ते डेल्टा S इना दोनों दी वैल्यू इस रिलेशंस दे विचों सी पुट अप करनी है। इतो डेल्टा L का मतलब अल्फा L डेल्टा T ते डेल्टा S का मतलब बीटा S इनटू डेल्टा T आ चु। क्या आ स्टेप क्लियर है? Yes, sir. Yes, sir. इते जे रिलेशन अल्फा ते बीटा च लेके जाना ते इतो डेल्टा S ते डेल्टा L दी वैल्यू अल्फा ते बीटा च बना दियो। ਇਹਦਾ ਮਤਲਬ ਆਪਣੇ ਕੋਲ ਨੈਕਸਟ ਸਟੈਪ ਜਿਹੜਾ ਬਣਨਾ ਉਹਦੇ ਅਕੋਰਡਿੰਗਲੀ ਆ ਜਾਏਗਾ S plus बीटा S into डेल्टा T equal to L plus ਇਹ ਤੋਂ ਲਿਖੀਏ ਤੇ L plus alpha L into delta T ਦਾ ਸਕੁਅਰ ਆਟਮ ਆ ਜਾਏਗੀ। ਇਹਦੇ ਵਿੱਚੋਂ S ਕਾਮਨ ਕੱਢ ਲਓ, ਇਹਦੇ ਵਿੱਚੋਂ L ਦਾ ਸਕੁਅਰ ਜਿਹੜਾ ਵਾ ਠੀਕ ਹੈ ਜੀ ਉਹ ਕਾਮਨ ਕੱਢ ਲਓ ਤੇ ਆਪਣੇ ਕੋਲ ਆ ਜਾਏਗਾ S equal to S into 1 plus beta delta T equal to ਇਹ ਤੋਂ L ਸਕੁਅਰ ਕਾਮਨ ਕੱਢੀਏ ਤੇ ਆਪਣੀ ਟਰਮ ਆ ਜਾਏਗੀ 1 plus alpha delta T ਦਾ ਸਕੁਅਰ।
क्या इना क्लियर आ? Yes, sir. Yes, sir. L स्क्वायर पहले स्टेप च डिफाइन किया होया कि L स्क्वायर मेरा S दे इक्वल आ, ਇਹਦਾ ਮਤਲਬ ਇੱਥੇ L स्क्वायर ਦੀ ਵੈਲਿਊ ਪਰ ਆ, ठीक है जी। अपने को कंडीशन आ जाएगी S into 1 plus beta delta t equal to S into 1 plus alpha delta t ਦਾ स्क्वायर, ठीक है। आ मेरे को टर्म आ जाएगी S ना S कैंसल आउट कर लो, अपने को जी टर्म बनती पई वो टर्म बन जानी अपनी, अपने को टर्म रह जाएगी 1 plus beta delta t 1 plus beta delta t equal to 1 plus alpha delta t ਦਾ ਸਕੁਅਰ। ਇਨਾ ਕਲੀਅਰ ਜੀ? Yes, sir. Yes, sir. ਇੱਕ ਸਟੈਪ ਬੁੱਕ ਨਾਲੋਂ ਥੋੜਾ ਜਿਹਾ ਚੇਂਜ ਕਰਨ ਲੱਗਿਆ, ਇਹਨੂੰ ਸੌਖਾ ਕਰ ਲਾਂਗੇ। ਹੁਣ ਜੇ ਮੈਂ ਇੱਥੇ ਐਲਫਾ ਬੀਟਾ ਦੀ ਗੱਲ ਕਰਾਂ, ਉਹ ਕਹਿੰਦਾ ਪੁੱਤ these terms are to be very very small, ਜਿੱਦਾਂ ਐਲਫਾ ਜਾਂ ਬੀਟਾ ਬੋਲਾ, ਇਹਦੀ ਵੈਲਿਊ ਮੇਰੇ ਕੋਲ ਜਿਹੜੀ ਹੋਏਗੀ ਉਹ ਅਸੀਂ ਡਿਫਾਈਨ ਕਰਦੇ 0.0018 ਆ, ਮਤਲਬ ਇਹਦੀ ਵੈਲਿਊ ਤੇ ਇਹਦੀ ਵੈਲਿਊ ਮੇਰੇ ਕੋਲ ਕੁਆਇਟ ਲੈਸਰ ਦੈਨ 1 ਆ, ਤੇ ਜਿਹੜੀ ਟੈਂਪਰੇਚਰ ਦੀ ਚੇਂਜ ਆ ਉਹ ਵੀ ਬਹੁਤ ਜ਼ਿਆਦਾ ਨਹੀਂ ਹੈਗੀ, ਇਸ ਲਈ ਜਿਹੜਾ ਆ ਐਲਫਾ ਡੈਲਟਾ ਟੀ ਹੋਏਗਾ, ਠੀਕ ਹੈ, that should be quite lesser than 1, ਤੇ ਜੇ ਇਹ ਟਰਮ ਮੇਰੀ lesser than 1 ਹੋਏਗੀ ਤੇ ਪਾਵਰ ਖਤਮ ਕਰਨੀ ਹੋਵੇ ਬਾਇਨੋਮੀਅਲ ਥਿਓਰਮ ਲੱਗ ਜੂ। Yes, sir. ਆਪਾਂ ਆ ਕੰਡੀਸ਼ਨ ਇਦਾਂ ਲਿਖ ਦਈਏ as alpha delta t are very small, ठीक है, so apply binomial theorem, ਇਹ ਮਤਲਬ ਇੱਥੇ binomial theorem apply ਕਰ ਦਿਓ, ਤੇ therefore ਸਾਡੇ ਕੋਲ 1 plus beta delta t ਦੀ ਵੈਲਿਊ 1 plus 2 alpha into delta t ਆ ਜਾਊ। ਕਲੀਅਰ ਹੈ ਜੀ? Yes, sir. ਬੁੱਕ ਦੇ ਨਾਲੋਂ ਚੇਂਜ ਇਹ ਕੀਤੀ ਆ, ਬੁੱਕ ਦੇ ਵਿੱਚ ਉਹਨੇ ਇੱਥੇ ਜਿਹੜਾ ਵਾ ਤੁਹਾਡੇ ਕੋਲ ਐਸਐਚ ਸਕੁਅਰ ਸੋਲਵ ਕਰਨਾ, ਮੁੜ ਕੇ ਸਕੁਅਰ ਵਾਲੀ ਕੰਡੀਸ਼ਨਸ ਦੇ ਵਿੱਚੋਂ ਅਸੀਂ ਐਲੀਮੀਨੇਸ਼ਨ ਕਰਨੀ ਆ, ਇਹਦੇ ਵਿੱਚ ਅਸੀਂ ਇਹਨੂੰ ਬਾਇਨੋਮੀਅਲ ਲਗਾ ਕੇ ਸੌਖਾ ਕਰਾਂਗੇ। ਇਹਨੂੰ ਐਸਐਚ ਇੱਥੇ ਤੁਸੀਂ ਕੰਡੀਸ਼ਨ ਲਗਾ ਦਿਓ ਬਾਇਨੋਮੀਅਲ ਦੀ, ਤੇ ਰਿਜ਼ਲਟ ਆ ਜਾਏਗਾ, ਇਹ ਚੋਂ 1 ਨਾਲ 1 ਕੈਨਸਲ ਹੋ ਜਾਣਾ, ਤੇ देयरफॉर ਸਾਡੇ ਕੋਲ ਰਿਜ਼ਲਟ ਆ ਜਾਏਗਾ ਬੀਟਾ ਡੈਲਟਾ ਟੀ ਇਕੁਅਲ ਟੂ 2 alpha delta t, ultimately beta equal to अपने को आ जाना 2 alpha, यानी आ रिलेशन अल्फा ते बीटा जाजू। क्या क्लियर है? Yes, sir. Yes, sir. एक बारी डेफिनेशन डेरिवेशन रिपीट कर रहे हैं, वर्ड दोबारा समझो, जे डाउट है तो फिर एक बारी दोबारा दस दो। अल्फा ते बीटा, अल्फा लीनियर एक्सपेंशन ਲਈ, बीटा मेरा एरियल एक्सपेंशन ਲਈ, ਤੇ ਆਪਾਂ ਸ਼ੁਰੂ ਇਥੋਂ ਕੀਤਾ ਕਿ ਵੀ ਆਪਣਾ ਗਿਵਨ ਸਰਫੇਸ ਦਾ ਸਰਫੇਸ ਏਰੀਆ ਡਿਫਾਈਨ ਕਰ ਦੋ। ਅਸੀਂ ਕਿਹਾ ਜੀ ਉਹ ਸਾਈਡ ਸਕੁਅਰ ਆ ਗਿਆ, ਕਹਿੰਦਾ ਜੀ ਤੁਸੀਂ ਆਪਣੀ ਗਿਵਨ ਸਰਫੇਸ ਨੂੰ ਹੀਟ ਕੀਤਾ, ਉਹਦਾ ਟੈਂਪਰੇਚਰ ਡੈਲਟਾ ਟੀ ਚੇਂਜ ਹੋਣ ਨਾਲ ਉਹਦੀ ਈਚ ਸਾਈਡ ਅਸੀਂ ਮੰਨਿਆ ਡੈਲਟਾ ਐਲ ਅੱਗੇ ਨਾਲੋਂ ਇਨਕਰੀਜ਼ ਕਰ ਗਈ, ਸੋ ਨਵਾਂ ਏਰੀਆ ਡਿਫਾਈਨ ਕਰ ਦੋ, ਨਿਊ ਸਾਈਡ ਦਾ ਸਕੁਅਰ ਕਰਕੇ ਆ ਜਾਏਗਾ। ਜਿਹੜਾ ਐਸ ਡੈਸ਼ ਤੇ ਐਲ ਡੈਸ਼ ਆ, ਦੋਨਾਂ ਦੀ ਵੈਲਿਊ ਤੁਸੀਂ ਐਲਫਾ ਤੇ ਬੀਟਾ ਚ ਬਣਾਣੀ ਆ, ਪਰ ਐਲਫਾ ਤੇ ਬੀਟਾ ਚ ਜਾਣ ਵਾਸਤੇ ਇਹਨੂੰ ਆਪਾਂ ਐਸ ਡੈਸ਼ ਨੂੰ ਐਸ ਪਲਸ ਡੈਲਟਾ ਐਸ ਤੇ ਐਲ ਡੈਸ਼ ਨੂੰ ਐਲ ਪਲਸ ਡੈਲਟਾ ਐਲ ਸਬਸਟੀਟਿਊਟ ਕਰ ਲਿਆ। ਕਲੀਅਰ? Yes, sir. ਤੇ ਡੈਲਟਾ Yes, sir. ਡੈਲਟਾ ਐਸ ਦੀ ਵੈਲਿਊ ਨੂੰ ਬੀਟਾ ਚ ਤੇ ਡੈਲਟਾ ਐਲ ਦੀ ਵੈਲਿਊ ਨੂੰ ਐਲਫਾ ਦੀ ਫਾਰਮ ਚ ਕਹਿੰਦਾ ਜੀ ਸਬਸਟੀਟਿਊਟ ਕਰ ਲਓ। ਅਲਟੀਮੇਟ ਉਹ ਕੰਡੀਸ਼ਨ ਇੱਥੇ ਪੁੱਟ ਅਪ ਕਰਕੇ ਇਹਦੇ ਚੋਂ ਐਲ ਸਕੁਅਰ ਕਾਮਨ ਕੱਢ ਲਿਆ, ਮੁੜ ਕੇ ਜਿੰਨੀ ਟਰਮ ਬਚੀ ਆ ਇਹਦੇ ਤੇ ਆਪਾਂ ਬਾਇਨੋਮੀਅਲ ਥਿਓਰਮ ਲਾ ਲਈ, ਤਾਂ ਕਿ ਪਾਵਰ ਆਪਾਂ ਈਜ਼ੀਲੀ ਕਹਿੰਦਾ ਜੀ ਉਹਨੂੰ ਇੱਥੋਂ ਸਿੰਪਲੀਫਾਈ ਕਰ ਪਾਈਏ, ਤੇ ਆਪਣਾ ਰਿਜ਼ਲਟ ਜਿਹੜਾ ਬੀਟਾ ਇਕੁਅਲ ਟੂ 2 ਐਲਫਾ ਉਹ ਡਰਾਈਵ ਹੋ ਜਾਊਗਾ। ਕਲੀਅਰ ਆ? Yes, sir. Yes, sir. ਚਲੋ ਇਦਾਂ ਹੀ ਆਪਣਾ ਦੂਜਾ ਰਿਲੇਸ਼ਨ ਬਣਨਾ, ਠੀਕ ਹੈ ਜੀ, ਉਹਦੀ ਗੱਲ ਆਏਗੀ ਬੀਟਾ ਐਲਫਾ ਤੇ ਗਾਮਾ ਦੇ ਅੰਦਰ। दूसरा टॉपिक है तो ऊपर ही कर रहे हैं अपन, टॉपिक अपना बन जाना रिलेशन बिटवीन अल्फा एंड गामा, ਤੇ ਗਾਮਾ ਮੇਰਾ ਕੋਐਫੀਸ਼ੀਐਂਟ ਆਫ ਕਿਊਬਿਕਲ ਐਕਸਪੈਂਸ਼ਨ ਆ। ਇਹ ਮਤਲਬ ਜਿੱਥੇ ਆਪਾਂ ਇਸ ਟੌਪਿਕ ਨੂੰ ਪਿਛਲੇ ਵਾਲੇ ਨੂੰ ਇਹਨੂੰ ਆਪਾਂ ਐਸ ਸਰਫੇਸ ਏਰੀਆ ਤੋਂ ਸ਼ੁਰੂ ਕੀਤਾ, ਉਹਨੂੰ ਪੁੱਤ ਵੋਲੀਅਮ ਤੋਂ ਸ਼ੁਰੂ ਕਰ ਦੋ। ਤੇ ਮਤਲਬ ਇਹਦੀ ਕੰਡੀਸ਼ਨ ਤੋਂ ਸ਼ੁਰੂ ਕਰਾਂਗੇ, ਵੀ ਨੋ ਦੈਟ ਵੋਲੀਅਮ ਇਜ਼ ਗਿਵਨ ਬਾਈ ਸਾਈਡ ਕਿਊ, ਠੀਕ ਹੈ। ਤੇ ਨੈਕਸਟ ਲਾਈਨ ਚ ਲੈਟ ਵੀ ਹੀਟ ਦਾ ਸੋਲਿਡ, let me heat the solid by delta T
ठीक है तुसी अपने सॉलिड नु डेल्टा टी टेंपरेचर ਲਈ हीट कीता ड्यू टू which वॉल्यूम becomes ਜਿਹਦੇ ਨਾਲ ਉਹਦਾ ਵੋਲੀਅਮ ਜਿਹੜਾ ਐਸਾ ਚ ਮੇਰੇ ਕੋਲ v ਡੈਸ਼ ਆ ਜਾਏਗਾ ਤੇ ਨਿਊ v ਡੈਸ਼ ਦੀ ਕੰਡੀਸ਼ਨ ਦੇ ਦੋ देयरफॉर v ਡੈਸ਼ ਇਕੁਅਲ ਟੂ l ਡੈਸ਼ ਕਿਊਬ ਆ ਜੂ v ਡੈਸ਼ ਦੀ ਵੈਲਿਊ ਡੈਲਟਾ v ਚ l ਡੈਸ਼ ਦੀ ਵੈਲਿਊ ਡੈਲਟਾ l ਦੀ ਫਾਰਮ ਚ यानी अपना नेक्स्ट स्टेप होएगा v प्लस डेल्टा v इक्वल टू l प्लस डेल्टा l दा क्यूब आ जाओ क्लियर है स्टेप जी Yes, sir. Yes, sir. डेल्टा v ते डेल्टा l दी वैल्यू भरनी है मतलब ਆਪਾਂ ਇੱਥੇ डिफाइन कर देंगे v नो दैट डेल्टा v इक्वल टू v गामा इधर एक तो गामा v इनटू डेल्टा t और अल्फा दी वैल्यू अपने डेल्टा l दी वैल्यू आ जाएगी अल्फा l इनटू डेल्टा t दोनों दी दोनों वैल्यूज इत्थे पुट अप करके गामा ते डेल्टा वो इन्वॉल्व कर दो देयरफॉर अपने को आ जाएगा v प्लस गामा v इनटू डेल्टा t इक्वल टू l प्लस अल्फा l इनटू डेल्टा t दा क्यूब क्लियर है जी Yes, sir. इधरों अपना v कॉमन आया 1 प्लस गामा डेल्टा t और इधरों अपना l क्यूब कॉमन कर लांगे ठीक है तो टर्म अपने को बन जाएगी 1 प्लस अल्फा डेल्टा t दा क्यूब क्लियर है जी Yes, sir. ते l क्यूब मेरे वॉल्यूम ना कैंसिल हो जाना इथे बाइनोमियल ला दियो इथे सीधे लिख रहे हैं कंडीशन अप्लाई बाइनोमियल थ्योरम देयरफॉर अपने को रिजल्ट आ जाएगा 1 प्लस गामा डेल्टा t 1 प्लस इथे 3 टाइम एदी वैल्यू बना दियो 3 टाइम्स अल्फा डेल्टा t ते 1 कैंसिल कर लो डेल्टा t कैंसिल करके गामा इक्वल टू 3 अल्फा दा रिलेशन आ जाओ क्लियर है Yes, sir. Yes, sir. ते जे गामा ते बीटा दा बनाना वो इना दोनों दे बन जाना ठीक है यानी रिलेशन बिटवीन गामा एंड बीटा ਉਹਦੇ ਆਹੀ ਜਿਹੜੇ ਦੋ ਰਿਲੇਸ਼ਨ ਆਏ ਆ ਗਾਮਾ ਤੇ ਬੀਟਾ ਦਾ ਇੱਕ 3 ਅਲਫਾ ਤੇ ਇੱਕ 2 ਅਲਫਾ ਆ ਡਿਵਾਈਡ ਕਰ ਲਓ ਇਹ ਮਤਲਬ ਆਪਣੇ ਕੋਲ ਆ ਜਾਏਗਾ ਗਾਮਾ ਇਕੁਅਲ ਟੂ 3/2 ਬੀਟਾ ਆ ਗਾਮਾ ਤੇ ਬੀਟਾ ਦਾ ਵੀ ਰਿਲੇਸ਼ਨ ਆ ਜਾਓ ਕਲੀਅਰ Yes. Yes, sir. ਥੋੜਾ ਜਿਹਾ ਸਪੀਡ ਨਾਲ ਕਰਦਾ ਪਿਆ ਕਿਆ ਸਮਝ ਲੱਗਦਾ ਪਿਆ Yes, sir. Yes, sir. Yes, sir. Yes, sir. ਡਨ ਇਹਦੀ ਫੋਟੋ ਕਲਿੱਕ ਕਰਦਾ ਫਿਰ ਕਰੀਏ ਕੰਟੀਨਿਊ चलो कोई समय लगती भी सारे को न्याणे हो Yes, Yes, sir. चलो नेक्स्ट टॉपिक अपने को ਜਿਹੜਾ ਇਹਦੇ ਵਿੱਚ ਹੈਗਾ ਠੀਕ ਹੈ ਅੱਗੇ ਸਮਝਾਇਆ ਸੀਗਾ ਵੈਸੇ ਟੌਪਿਕ ਆਪਾਂ ਯੰਗ ਮੋਡਲਸ ਵਾਲੇ ਕੇਸ ਚ ਆਇਆ ਸੀ ਟੌਪਿਕ ਉਹੀ ਰੈਪੀਟੇਸ਼ਨ ਇਸ ਚੈਪਟਰ ਚੋਂ ਸੀਗੀ ਟੌਪਿਕ ਹੈਗਾ ਤੁਹਾਡੇ ਕੋਲ थर्मल स्ट्रेस थर्मल स्ट्रेस ਅਸੀਂ ਡਿਫਾਈਨ ਕਿਨੂੰ ਕੀਤਾ ਸੀਗਾ ਉਹ ਕਹਿੰਦਾ ਜੀ ਜੇ ਇੱਕ ਮੈਂ ਮੈਟਲ ਵਾਇਰ ਲੈ ਕੇ ਉਹਨੂੰ ਮੈਂ ਉਹਦੇ ਦੋ ਐਂਡ ਜਿਹੜੇ ਨੇ ਉਹ ਰਿਜਿਡ ਵਾਲ ਦੇ ਉੱਤੇ ਕਹਿੰਦਾ ਜੀ ਉਹਨੂੰ ਟਾਈਟ ਕਰਦਾ ਠੀਕ ਹੈ ਤੇ ਉਸ ਮੈਟਲ ਵਾਇਰ ਨੂੰ ਮੈਂ ਹੀਟ ਕਰਨਾ ਸ਼ੁਰੂ ਕਰਾਂ ਤੇ ਵੀ ਨੋ ਵਨ ਪ੍ਰੋਪਰਟੀ ਮੈਟਲ ਐਕਸਪੈਂਡ ਔਨ ਹੀਟਿੰਗ ਪਰ ਕਿਉਂਕਿ ਦੋਨੋਂ ਐਂਡ ਉਹਦੇ ਮੈਂ ਫਿਕਸ ਕੀਤੇ ਹੋਏ ਆ ਤੇ ਹੀਟ ਕਰਨ ਤੇ ਅਸੀਂ ਕਹਿੰਦੇ ਜੀ ਉਸ ਮੈਟਲ ਵਾਇਰ ਦੇ ਅੰਦਰ ਸਟ੍ਰੈਸ ਬਿਲਟ ਅਪ ਹੋ ਰਹੀ ਆ ਜਿਹੜੀ ਉਹ ਬਾਹਰ ਨੂੰ ਪ੍ਰੈਸ਼ਰ ਮਾਰਦੀ ਪਈ ਆ ਫੋਰਸ ਐਗਜ਼ਰਟ ਕਰਦੀ ਪਈ ਗਿਵਨ ਏਰੀਆ ਤੇ ਜਦੋਂ ਫੋਰਸ ਐਗਜ਼ਰਟ ਕਰੇਗਾ ਅਸੀਂ ਕਹਿੰਦੇ ਵਾਇਰ ਦੇ ਉੱਤੇ ਸਟ੍ਰੈਸ ਅਪਲਾਈ ਹੁੰਦੀ ਪਈ ਆ ਕਿਉਂਕਿ ਉਹ ਸਟ੍ਰੈਸ ਹੀਟ ਕਰਕੇ ਆ ਇਸ ਲਈ ਉਸ ਸਟ੍ਰੈਸ ਨੂੰ ਅਸੀਂ ਨਾਮ ਦੇ ਦਿੰਦੇ ਦੈਟ ਸਟ੍ਰੈਸ ਪ੍ਰੋਡਿਊਸਡ ਇਨ ਦਾ ਮੈਟੈਲਿਕ ਵਾਇਰ which is fixed ਕਹਿੰਦਾ ਜੀ rigidly on the two sides on the ਕਹਿੰਦਾ ਜੀ ਵਾਇਰ ਹੈ ਨਾ ਤੇ ਉਹਨੂੰ ਅਸੀਂ ਨਾਮ ਦਿੰਦੇ ਕਿ ਵੀ ਉਹ ਮੇਰੇ ਕੋਲ ਥਰਮਲ ਸਟ੍ਰੈਸ ਹੋਏਗੀ ਕੀ ਵਰਡ ਸਮਝ ਆਇਆ Yes, sir. Yes, sir. Yes, sir. ਥਰਮਲ ਸਟ੍ਰੈਸ ਨੂੰ ਜੇ ਡਿਫਾਈਨ ਕਰਾਂ ਹਨਾ ਤੇ ਆਪਾਂ ਨੂੰ ਇੱਥੇ ਆਪਾਂ ਡਿਫਾਈਨ ਕਰ ਦਿੰਦੇ ਵੀ ਨੋ ਦੈਟ ਸਟ੍ਰੈਸ ਦਾ ਫਾਰਮੂਲਾ ਜਰਨਲ ਫੋਰਸ ਬਾਈ ਏਰੀਆ ਵਾ ਠੀਕ ਹੈ ਥਰਮਲ ਸਟ੍ਰੈਸ ਜਾਂ ਸਟ੍ਰੈਸ ਕੋਈ ਡਿਫਾਈਨ ਕਰਾ ਉਹ ਫੋਰਸ ਬਾਈ ਏਰੀਆ ਵਾ ਇਹਦੀ ਵੈਲਿਊ ਨੂੰ ਡਿਫਾਈਨ ਕਰਨ ਲਈ ਦੋ ਫਾਰਮੂਲੇ ਆ ਜਿਹਨੂੰ ਆਪਸ ਲਿੰਕ ਕਰਨਾ ਇੱਕ ਅਸੀਂ ਕਹਿੰਦੇ ਜਿਹੜੀ ਮੈਟਲ ਵਾਇਰ ਤੁਸੀਂ ਹੈਂਗ ਕੀਤੀ ਹੋਈ ਆ
उस मैटल वायर का मैनू यंग मॉडुलस पता होएगा, यानी ਉਹਦਾ नेचर ऑफ मटीरियल ਉਹਦੇ यंग मॉडुलस ਨਾਲ डिफाइन करते हैं। ਤੇ ਦੂਜੇ ਪਾਸੇ ਅਸੀਂ ਸਟ੍ਰੈਸ ਨੂੰ ਜਿਹੜਾ ਵਾ ਹਨਾ ਉਹ ਐਸਐਚ ਫੋਰਸ ਦੀ ਫਾਰਮ ਚ ਲਿਆਵਾਂਗੇ। ਕਹਿਣਾ ਕੀ ਚਾਹ ਰਿਹਾ, ਜੇ ਆ ਸਟ੍ਰੈਸ ਦਾ ਜਨਰਲ ਫਾਰਮੂਲਾ ਤੇ ਆਪਾਂ ਇੱਥੇ ਡਿਫਾਈਨ ਕਰੀਏ ਯੰਗ ਮੋਡੂਲਸ। we know that young modulus is given by modulus कोई भी आ ਆਪਾਂ ਕਿਹਾ ਸੀ ਜੋ stress by strain ਆ ਤੇ ਇਥੇ young modulus ਕਵਾ ਤੇ that is the ratio of stress by strain। ठीक है, ਜਿਹੜੀ ਸਟ੍ਰੇਨ ਵਾਇਰ ਚ ਆਂਦੀ ਪਈ ਉਹਨੂੰ ਅਸੀਂ ਲੌਂਗੀਟਿਊਡਨਲ ਸਟ੍ਰੇਨ ਕਹਿੰਦੇ ਪਏ ਆ। ਕੀ ਗੱਲ ਸਮਝ ਆਈ? Yes, sir. Yes, sir. ਇੱਥੇ ਲਿਖ ਲਓ ਸਟ੍ਰੈਸ ਫੋਰਸ ਬਾय ਏਰੀਆ ਆ ਜਾਏਗੀ, ਲੌਂਗੀਟਿਊਡਨਲ ਸਟ੍ਰੇਨ ਮੇਰੀ ਡੈਲਟਾ L by L ਆ ਜਾਏਗੀ। ठीक है, ऑन द अदर साइड क्योंकि इस मूवमेंट ते हीट इन्वॉल्वड आ और लेंथ चेंज आ, इसलिए ਆਪਾਂ ਇੱਥੇ डिफाइन करिए we know that alpha which is the coefficient of linear expansion that is given by change in length per unit original length per degree change in temperature। ਇਹਨਾਂ ਨੂੰ ਆਪਸ ਲਿੰਕ ਕਰਨ ਵਾਸਤੇ ਠੀਕ ਹੈ ਜੀ ਅਸੀਂ ਆ ਕਰ ਲਾਂਗੇ ਕਿ ਇਥੋਂ ਡੈਲਟਾ L by L ਦੀ ਵੈਲਿਊ ਅਲਫਾ ਦੀ ਫਾਰਮ ਚ ਬਣਾ ਲਓ ਤੇ ਮੁੜ ਕੇ ਡੈਲਟਾ L by L ਦੀ ਥਾਂ ਤੇ ਇੱਥੇ ਸਬਸਟੀਟਿਊਟ ਕਰ ਦੀ। ਇਹ ਮਤਲਬ ਇਥੋਂ ਡੈਲਟਾ L by L ਕੱਢ ਲਵਾਂ ਤੇ ਉਹਦੀ ਵੈਲਿਊ ਅਲਫਾ ਡੈਲਟਾ T ਆ ਜਾਊ और इथे इन्हों नंबर 1 दे के इन्हों पुट कर दो इन इक्वेशन 1। देयरफॉर सर कोई यंग मॉडुलस दा फार्मूला आ इन्नी चीज स्ट्रेस आ इन्हों ਆਪਾਂ स्ट्रेस ही डिफाइन कर देने, यानी टर्म आ जाएगी स्ट्रेस ओवर डेल्टा L by L ਤੇ डेल्टा L by L ਦੀ ਵੈਲਿਊ ਅਲਫਾ ਡੈਲਟਾ T ਇੱਥੇ ਡਿਫਾਈਨ ਹੋ ਜਾਏਗੀ। ਇਥੋਂ ਥਰਮਲ ਸਟ੍ਰੈਸ ਲਿਖ ਦਿਓ ਤੇ ਤੁਹਾਡੇ ਕੋਲ ਥਰਮਲ ਸਟ੍ਰੈਸ ਦਾ ਫਾਰਮੂਲਾ ਕੋਐਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ ਦੀ ਫਾਰਮ ਚ ਆ ਜਾਏਗਾ y alpha into delta t। ਆ ਮੇਰੇ ਕੋਲ ਥਰਮਲ ਸਟ੍ਰੈਸ ਦਾ ਇੱਕ ਫਾਰਮੂਲਾ ਬਣ ਜਾਂਦਾ। ਕੀ ਕਲੀਅਰ ਆ? Yes, sir. ਜਲਦੀ ਜਲਦੀ Yes, ਦੁਬਾਰਾ sir. ਦੱਸ ਰਿਹਾ ਕੀ ਕੀਤਾ ਆਪਾਂ। ਥਰਮਲ ਸਟ੍ਰੈਸ ਕਿਹਨੂੰ ਕਿਹਾ ਕਿ ਜੇ ਕੋਈ ਮੈਟਲ ਵਾਇਰ ਗਿਵਨ ਆ ਔਰ ਉਸ ਮੈਟਲ ਵਾਇਰ ਨੂੰ ਮੈਂ ਐਸਐਚ ਦੋ ਐਂਡ ਤੋਂ ਫਿਕਸ ਕਰ ਦਿੱਤਾ। ਹੁਣ ਜਦੋਂ ਮੈਂ ਉਸ ਮੈਟਲ ਵਾਇਰ ਨੂੰ ਹੀਟ ਕਰਾਂਗਾ ਤੇ ਹੀਟ ਕਰਨ ਤੇ ਮੈਟਲ ਨੇ ਐਕਸਪੈਂਡ ਕਰਨਾ, ਪਰ ਕਿਉਂਕਿ ਦੋਨੋਂ ਐਂਡ ਅਸੀਂ ਫਿਕਸ ਕੀਤੇ ਆ ਇਸ ਲਈ ਉਹ ਐਕਸਪੈਂਸ਼ਨ ਕਰਨ ਲੱਗੇ ਆਊਟਵਰਡ ਫੋਰਸ ਲਗਾਏਗਾ ਵਾਇਰ ਦੇ ਉੱਤੇ। ਤੇ ਜਦੋਂ ਵਾਇਰ ਦੇ ਗਿਵਨ ਕ੍ਰਾਸ ਸੈਕਸ਼ਨਲ ਏਰੀਆ ਤੇ ਫੋਰਸ ਲੱਗਦੀ ਆ ਅਸੀਂ ਕਹਿੰਦੇ ਜੀ ਵਾਇਰ ਦੇ ਉਸ ਕ੍ਰਾਸ ਸੈਕਸ਼ਨ ਦੇ ਉੱਤੇ ਪ੍ਰੈਸ਼ਰ ਪੈਂਦਾ ਪਿਆ, ਔਰ ਉਹ ਪ੍ਰੈਸ਼ਰ ਕਿਉਂਕਿ ਹੀਟ ਨਾਲ ਬਿਲਟ ਅਪ ਆ ਤੇ ਉਸ ਪ੍ਰੈਸ਼ਰ ਦਾ ਨਾਮ ਅਸੀਂ ਥਰਮਲ ਸਟ੍ਰੈਸ ਰੱਖਦੇ ਪਏ। ਉਹ ਕਹਿੰਦਾ ਫਿਰ ਜੇ ਥਰਮਲ ਸਟ੍ਰੈਸ ਦੀ ਵੈਲਿਊ ਕੱਢਣੀ ਆ ਤੇ ਆਪਾਂ ਕਿਹੜੇ ਵੇ ਨਾਲ ਕੱਢੀਏ? ਉਹਦੇ ਲਈ ਵਰਡ ਆਪਾਂ ਇਹ ਦਿੱਤਾ ਕਿ ਤੁਸੀਂ ਐਸਐਚ ਸਟ੍ਰੈਸ ਨੂੰ ਦੋ ਫਾਰਮੂਲੇ ਚ ਡਿਫਾਈਨ ਕਰ ਲਓ। ਅਸੀਂ ਇੱਕ ਯੰਗ ਮੋਡੂਲਸ ਲੈ ਲਾਂਗੇ ਜਿਹੜਾ ਨੇਚਰ ਆਫ ਮਟੀਰੀਅਲ ਨੂੰ ਡਿਸਾਈਡ ਕਰਦਾ ਤੇ ਯੰਗ ਮੋਡੂਲਸ ਲੈਂਥ ਦੀ ਚੇਂਜ ਕਰਕੇ ਆਂਦਾ। ਠੀਕ ਹੈ, ਤੇ ਯੰਗ ਮੋਡੂਲਸ ਦਾ ਫਾਰਮੂਲਾ ਵਾ ਨਾਰਮਲ ਸਟ੍ਰੈਸ ਓਵਰ ਲੌਂਗੀਟਿਊਡਨਲ ਸਟ੍ਰੇਨ। ਲੌਂਗੀਟਿਊਡਨਲ ਸਟ੍ਰੇਨ ਅਸੀਂ ਚੇਂਜ ਇਨ ਲੈਂਥ ਬਾਈ ओरिजिनल ਲੈਂਥ ਨੂੰ ਕਹਿ ਰਹੇ। ਸਟ੍ਰੈਸ ਭਾਵੇਂ ਫੋਰਸ ਬਾਈ ਏਰੀਆ ਲਿਖ ਲਓ ਭਾਵੇਂ ਕੰਨੂ ਐਸ ਸਟ੍ਰੈਸ ਰਹਿਣ ਦਿਓ। ਇਹ ਇੱਕ ਫਾਰਮੂਲਾ ਯੰਗ ਮੋਡੂਲਸ ਦਾ ਬਣ ਗਿਆ ਸਟ੍ਰੈਸ ਦੀ ਫਾਰਮ ਚ ਤੇ ਇਧਰੋਂ ਨਾਲ ਡੈਲਟਾ L by L ਇਨਵੋਲਵਡ ਆ, ਚੇਂਜ ਇਨ ਲੈਂਥ ਇਨਵੋਲਵਡ ਆ। ਤੇ ਜਦੋਂ ਮੈਟਲ ਵਾਇਰ ਨੂੰ ਹੀਟ ਕਰਦੇ ਆ ਤੇ ਜੇ ਉਹਦੀ ਲੈਂਥ ਵਿੱਚ ਚੇਂਜ ਆਵੇ ਤਾਂ ਅਸੀਂ ਇੱਕ ਕੋਐਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ ਡਿਫਾਈਨ ਕਰ ਦਿੰਦੇ ਜਿਹੜਾ ਡੈਲਟਾ L by L into ਡੈਲਟਾ T ਆ। ਇਥੋਂ ਡੈਲਟਾ L by L ਦੀ ਵੈਲਿਊ ਕੋਐਫੀਸ਼ੀਐਂਟ ਦੀ ਫਾਰਮ ਚ ਡਿਫਾਈਨ ਕਰ ਦੋ, ਕੋਐਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ ਦੀ ਫਾਰਮ ਚ ਜਿੰਨੀ ਬਣ ਗਈ ਉਹਨੂੰ ਇਸ ਇਕੁਏਸ਼ਨ 1 ਚ ਯੂਜ਼ ਕਰ ਲਓ। ਇੱਥੇ ਵੈਲਿਊ ਵਾਪਸ ਪੁੱਟ ਅਪ ਕਰਦਾ ਤੇ ਯੰਗ ਮੋਡੂਲਸ ਸਟ੍ਰੈਸ ਬਾਈ ਅਲਫਾ ਡੈਲਟਾ T ਯਾਨੀ ਥਰਮਲ ਸਟ੍ਰੈਸ ਬਾਈ ਅਲਫਾ ਟਾਈਮਸ ਦਾ ਡੈਲਟਾ T ਆ ਜਾਏਗਾ। ਨੇਚਰ ਆਫ ਮਟੀਰੀਅਲ ਪਤਾ ਹੋਵੇ, ਉਹਦੀ ਕੋਐਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ ਦੀ ਵੈਲਿਊ ਪਤਾ ਹੋਵੇ ਤੇ ਚੇਂਜ ਇਨ ਟੈਂਪਰੇਚਰ ਪਤਾ ਹੋਵੇ। ਆ ਵੇਰੀਏਬਲ ਪੁੱਟ ਅਪ ਕਰ ਲਓ, ਥਰਮਲ ਸਟ੍ਰੈਸ ਜਾਂ ਥਰਮਲ ਫੋਰਸ ਆ ਜਾਏਗੀ। ਸਟ੍ਰੈਸ ਫੋਰਸ ਬਾਈ ਏਰੀਆ ਵਾ ਤੇ ਜੇ ਮੈਂ ਫੋਰਸ ਕੱਢਣੀ ਆ ਤੇ ਏਰੀਆ ਨਾਲ ਹੋਰ ਇਧਰ ਮਲਟੀਪਲਾਈ ਹੋ ਜਾਏਗਾ। क्या इन्नी गल क्लियर है? Yes, sir. Yes, sir. Yes, sir. Yes, sir. चलो ये अपने को थर्मल स्ट्रेस ਦਾ ਟਾਪਿਕ ਆ ਗਿਆ। ਇਸ ਤੋਂ ਬਾਅਦ ਉਹਨੇ ਆਪਣੇ ਕੋ ਦਿੱਤਾ ਹੁਣ ਤੱਕ ਜਿੰਨੀ ਗੱਲ ਕਰ ਰਿਹਾ ਸੀ ਪੁੱਤ ਉਹ ਚ ਅਸੀਂ ਸੋਲਿਡ ਵਰਡ ਯੂਜ਼ ਕੀਤਾ ਵਾ। ਆਪਾਂ ਯਾਨੀ ਜਿਹੜੀ ਐਕਸਪੈਂਸ਼ਨ ਸਟੱਡੀ ਕਰਦੇ ਪਏ ਥਰਮਲ ਐਕਸਪੈਂਸ਼ਨ ਜਿਹੜੀ ਸਟੱਡੀ ਕਰਦੇ ਪਏ ਉਹ ਸੋਲਿਡ ਦੀ ਸੀਗੀ ਤੇ ਸੋਲਿਡ ਦੇ ਅੰਦਰ ਤਿੰਨ ਟਾਈਪ ਦੇ ਕੋਐਫੀਸ਼ੀਐਂਟ ਇਨਵੋਲਵਡ ਆ। ਉਹਦੀ ਲੈਂਥ ਦੀ ਚੇਂਜ ਪੋਸੀਬਲ ਆ, ਉਹਦੇ ਏਰੀਆ ਦੀ ਚੇਂਜ ਪੋਸੀਬਲ ਆ, ਉਹਦੇ ਵੋਲੀਅਮ ਦੀ ਚੇਂਜ ਪੋਸੀਬਲ ਆ। ਪਰ ਜੇ ਮੇਰੇ ਕੋਲ ਲਿਕੁਇਡ ਜਾਂ ਗੈਸਿਸ ਗਿਵਨ ਆ ਯਾਨੀ ਫਲੂਇਡ ਗਿਵਨ ਆ
ਤੇ ਉਹਨਾਂ ਦੇ ਅੰਦਰ ਲੈਂਥ ਜਾਂ ਏਰੀਆ ਦੀ ਚੇਂਜ ਨਹੀਂ ਆਉਂਦੀ। ਉਹ ਚ ਅਸੀਂ ਮੇਨ ਚੇਂਜ ਜਿਹੜੀ ਕਹਿੰਦੇ ਇਟਸ ਓਨਲੀ ਦਾ ਕਿਊਬਿਕਲ ਕਹਿੰਦਾ ਜੀ ਚੇਂਜ, ਯਾਨੀ ਉਹ ਚ ਵੋਲੀਅਮ ਦੀ ਐਕਸਪੈਂਸ਼ਨ ਕੰਸੀਡਰ ਹੋਏਗੀ ਤੇ ਤਿੰਨ ਕੋਐਫੀਸ਼ੀਐਂਟ ਐਲਫਾ ਬੀਟਾ ਤੇ ਗਾਮਾ ਵਿੱਚੋਂ ਸਿਰਫ ਗਾਮਾ ਇਨਵੋਲਵਡ ਹੋਏਗਾ। ਐਲਫਾ ਤੇ ਬੀਟਾ ਦੀ ਇਨਵੋਲਵਮੈਂਟ ਵੋਲੀਅਮ ਵਾਲੇ ਕੇਸ ਨਹੀਂ ਆਣੀ। क्या गल समझ लगी? Yes, sir. Yes, sir. Yes, sir. ਜਦੋਂ ਤੁਸੀਂ ਇੱਥੇ ਐਕਸਪੈਂਸ਼ਨ ਆਫ ਲਿਕੁਇਡ ਐਕਸਪਲੇਨ ਕਰੋਗੇ ਨਾ, ਇੱਥੇ ਅਸੀਂ ਐਕਸਪੈਂਸ਼ਨ ਆਫ ਲਿਕੁਇਡ ਐਕਸਪਲੇਨ ਕਰੀਏ ਤੇ ਐਕਸਪੈਂਸ਼ਨ ਆਫ ਲਿਕੁਇਡ ਦੇ ਵਾਸਤੇ ਜਿਹੜਾ ਕੋਐਫੀਸ਼ੀਐਂਟ ਇਨਵੋਲਵਡ ਆ ਉਹ ਸਿਰਫ ਗਾਮਾ, ठीक है, अल्फा और बीटा इन्वॉल्व नहीं होने, ये सिर्फ और सिर्फ मेरे को गामा कोएफिशिएंट ही इन्वॉल्व होएगा। दूजा वर्ड ਇਹ ਚ ਅਸੀਂ ਕੋਐਫੀਸ਼ੀਐਂਟ ਆਫ ਐਕਸਪੈਂਸ਼ਨ ਜਦੋਂ ਡਿਫਾਈਨ ਕਰਦੇ ਤੇ ਦੋ ਤਰ੍ਹਾਂ ਦੀ ਐਕਸਪੈਂਸ਼ਨ ਲੈਂਦੇ ਆ। ਕਿਹੜੀ? ਇੱਥੇ ਅਸੀਂ ਦੋ ਟਾਈਪ ਦੇ ਕੋਐਫੀਸ਼ੀਐਂਟ ਡਿਫਾਈਨ ਕਰਦੇ ਆ। ਇੱਕ ਨੂੰ ਨਾਮ ਦਿੰਦੇ ਕੋਐਫੀਸ਼ੀਐਂਟ ਆਫ, ਇੱਕ ਨੂੰ ਨਾਮ ਦਿੰਦੇ ਕੋਐਫੀਸ਼ੀਐਂਟ ਆਫ ਰੀਅਲ ਐਕਸਪੈਂਸ਼ਨ, ਠੀਕ ਹੈ, ਔਰ ਇੱਕ ਨੂੰ ਅਸੀਂ ਨਾਮ ਦੇ ਦਿੰਦੇ ਕੋਐਫੀਸ਼ੀਐਂਟ ਆਫ ਕਹਿੰਦਾ ਜੀ ਐਪਰੈਂਟ ਐਕਸਪੈਂਸ਼ਨ। ਕਹਿੰਦਾ ਵੀ ਦੋਨਾਂ ਦਾ ਫਰਕ ਕੀ ਆ? ਰੀਅਲ ਐਕਸਪੈਂਸ਼ਨ ਵਾਲੇ ਕੋਐਫੀਸ਼ੀਐਂਟ ਨੂੰ ਗਾਮਾ ਆਰ ਤੇ ਇਹਨੂੰ ਗਾਮਾ ਏ ਡਿਫਾਈਨ ਕਰੀਏ। ਉਹ ਕਹਿੰਦਾ ਉਹ ਤਾਂ ਫਰਕ ਕਿੱਥੇ ਆ? ਤੇ ਬੱਚੇ ਅਸੀਂ ਐਸ ਸੱਚ ਡਿਫਾਈਨ ਇਹ ਕਰਦੇ ਆ ਕਿ ਜੇ ਮੈਂ ਕਿਸੇ ਸੋਲਿਡ ਨੂੰ ਹੀਟ ਕਰਾਂ, ਠੀਕ ਹੈ, ਤੇ ਸੋਲਿਡ ਨੂੰ ਅਸੀਂ ਡਾਇਰੈਕਟ ਹੀਟ ਕਰ ਸਕਦੇ ਆ। ਇਹ ਮਤਲਬ ਜਿੰਨੀ ਮੈਨੂੰ ਐਸ ਸੱਚ ਸੋਰਸ ਤੋਂ ਹੀਟ ਸਪਲਾਈ ਕਰਾਂਗਾ ਉਹ ਇਸ ਸੋਲਿਡ ਨੂੰ ਹੀ ਸਪਲਾਈ ਹੁੰਦੀ ਪਈ ਹੈ। ਕਲੀਅਰ ਹੈ ਗੱਲ? Yes, sir. Yes, sir. ਜਿਹੜੀ ਗਿਵਨ ਬੋਡੀ ਆ, ਜੇ ਉਹ ਕੋਈ ਲਿਕੁਇਡ ਆ, ਅਸੀਂ ਲਿਕੁਇਡ ਦੀ ਐਕਸਪੈਂਸ਼ਨ ਸਟੱਡੀ ਕਰਨੀ ਤੇ ਲਿਕੁਇਡ ਕਿਸੇ ਨਾ ਕਿਸੇ ਕੰਟੇਨਰ ਚ ਲਵਾਂਗਾ। Yes, sir. Yes, sir. Yes, sir. ਕੰਟੇਨਰ ਚ ਪਾ ਕੇ, ਜਦੋਂ ਕਿਸੇ ਕੰਟੇਨਰ ਚ ਪਾ ਕੇ ਮੈਂ ਲਿਕੁਇਡ ਨੂੰ ਐਕਸਪੈਂਸ਼ਨ ਉਹਦੀ ਸਟੱਡੀ ਕਰਨੀ ਆ ਤੇ ਮੈਂ ਕਹਾਂ ਜੀ ਇਹਨੂੰ ਮੈਂ 10 ਜੂਲ ਹੀਟ ਦਿੱਤੀ ਆ ਲਿਕੁਇਡ ਨੂੰ, ਤੇ ਉਹ 10 ਦੀ 10 ਜੂਲ ਹੀਟ ਲਿਕੁਇਡ ਨੂੰ ਤਾਂ ਨਹੀਂ ਗਈ ਹੋਊਗੀ। ਸਮ ਪੋਰਸ਼ਨ ਆਫ ਦਾ ਹੀਟ that also given to the container। Yes, sir. Yes, sir. ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਲਿਕੁਇਡ ਨੂੰ ਹੀਟ ਜਾਂਦੀ ਪਈ ਆ ਉਹ ਤਾਂ ਕਹਿੰਦਾ ਜੀ ਜਿਹੜੀ ਮੈਨੂੰ ਅਪੀਅਰ ਹੁੰਦੀ ਪਈ ਆ ਉਹਦੇ ਨਾਲੋਂ ਡਿਫਰੈਂਟ ਆ। ਇਹਦਾ ਮਤਲਬ ਇਹ ਹੋ ਗਿਆ ਕਿ ਜੇ ਮੈਂ ਕੋਐਫੀਸ਼ੀਐਂਟ ਆਫ ਰੀਅਲ ਤੇ ਕੋਐਫੀਸ਼ੀਐਂਟ ਆਫ ਐਪਰੈਂਟ ਐਕਸਪੈਂਸ਼ਨ ਲਵਾਂ, ਇਹ ਦੋ ਵਰਡ ਤਾਂ ਆਏ ਆ ਕਿਉਂਕਿ ਜਦੋਂ ਕਿਸੇ ਬੋਡੀ ਨੂੰ, ਕਿਸੇ ਲਿਕੁਇਡ ਨੂੰ ਤੁਸੀਂ ਹੀਟ ਕਰਦੇ ਹੋ ਤੇ that always to be heated in a container, so whatever be the amount of a heat given to the liquid, ठीक है, that whole heat is not supplied to the liquid, partially heat will be given to the container and rest of the heat given to the कहना जी liquid। इन्हीं गल समझ लगी? Yes, sir. Yes, sir. Yes, sir. आपके उत्ते उन्हें गामा नु डिफाइन किया कि जे कोएफिशिएंट ऑफ रियल एक्सपेंशन डिफाइन करना, डेफिनेशन वही आ। ਆਪਾਂ ਗਾਮਾ ਨੂੰ ਡਿਫਾਈਨ ਕਰੀਏ ਤੇ ਗਾਮਾ ਸੀਗਾ ਚੇਂਜ ਇਨ ਵੋਲੀਅਮ ਓਵਰ ओरिजिनल ਵੋਲੀਅਮ ਇਨਟੂ ਚੇਂਜ ਇਨ ਟੈਂਪਰੇਚਰ। ਸਿਰਫ ਵਰਡ ਅਸੀਂ ਇਦਾਂ ਲਿਖ ਦਿੱਤੇ, ਇਹਨੂੰ ਲਿਖ ਦੋ, ਕਹਿੰਦਾ ਜੀ ਮੇਰੇ ਕੋਲ ਜਿਹੜਾ ਐਸਐਚ ਉਹਦੇ ਰੀਅਲ ਇਨਕਰੀਜ਼ ਇਨ ਵੋਲੀਅਮ ਕਿੰਨਾ, ਠੀਕ ਹੈ, ਜੇ ਰੀਅਲ ਐਕਸਪੈਂਸ਼ਨ ਆ ਤੇ ਇੱਥੇ ਵਰਡ ਆ ਜਾਏਗਾ ਰੀਅਲ ਇਨਕਰੀਜ਼ ਇਨ ਵੋਲੀਅਮ over original volume into rise in temperature। ठीक है, ये मेरा कोएफिशिएंट ऑफ कहना रियल एक्सपेंशन आ जाओ। ते जे एपरेंट आ ते इथे एक वर्ड चेंज कर दियो, कहना जी कोएफिशिएंट ऑफ एपरेंट एक्सपेंशन इज द रेशियो ऑफ एपरेंट इंक्रीज इन वॉल्यूम पर यूनिट ओरिजिनल वॉल्यूम पर डिग्री कहना जी राइज इन टेंपरेचर। यानी आ सिर्फ एक चेंज आनी है, इथे रियल की थां ते आ जाएगा एपरेंट इंक्रीज इन वॉल्यूम ओवर आ जाएगा मेरे को ओरिजिनल वॉल्यूम इनटू आ जाएगा राइज ऑफ टेंपरेचर। ठीक है, आ मेरे को दो टाइप दे कहंदा जी कोएफिशिएंट आंदे लिक्विड वाले केस। क्या इन्नी गल समझ लगी? Yes, sir. Yes, sir. Yes, sir. चलो हुन इस तो बाद जे गल कंटिन्यू करा, लिक्विड दा ही टॉपिक रहेगा जे अपना। कहंदा जी इहदे नाल उन्हें एक टॉपिक लिंक कर दिता, उन्हें ਅਸੀਂ ਨਾਮ ਦਿੰਨੇ बेटा anomalous expansion of water। केमिस्ट्री जो दा पढ़िया होया टॉपिक है ਤੁਹਾਡੇ anomalous expansion of water। की टॉपिक है जी ये वाला? है आइडिया? No, sir. नहीं, मैं तो क्या तुझे पढ़िया हो, याद हो? No, sir. अच्छा जी, सर 4 से जब 0 पे जाता है तो
दोबारा बोल। हाँ 4 से जब 0 पे जाता है तो उसे एक्सपैंड नहीं होना चाहिए पर होता है। चल पुत ਅਸੀਂ ਐਸ ਸੱਚ ਇੱਕ ਪ੍ਰੋਪਰਟੀ ਲੈਨੇ ਆ ਕਿ ਵਾਟਰ ਦੀ ਡੈਂਸਿਟੀ ਕਿੰਨੀ ਹੁੰਦੀ ਆ 1000 किलोग्राम पर मीटर। 1000 ਕਿਲੋਗ੍ਰਾਮ ਪਰ ਮੀਟਰ ਕਿਊਬ। ਪਰ ਆਪਾਂ ਨੂੰ ਇਹ ਪਤਾ ਉਹ ਕਿੰਨੇ ਡਿਗਰੀ ਟੈਂਪਰੇਚਰ ਦਾ ਅਸੀਂ ਬੋਲਦੇ ਨਾਲ ਗੱਲ 4 degree Celsius 4 ਡਿਗਰੀ ਹਨਾ। ਅਸੀਂ 0 ਡਿਗਰੀ ਤੇ ਕਿਉਂ ਨਹੀਂ ਕਹਿੰਦੇ? ਕਹਿੰਦੇ ਜੇ ਅਸੀਂ 0 ਡਿਗਰੀ ਤੇ ਕੰਡੀਸ਼ਨ ਕਿਉਂ ਨਹੀਂ ਕਹਿੰਦੇ 4 ਡਿਗਰੀ ਤੇ ਕਿਉਂ ਕਹਿੰਦੇ? ਤੇ ਉੱਥੇ ਜਾ ਕੇ ਉਸ ਪ੍ਰੋਪਰਟੀ ਨੂੰ ਐਕਸਪਲੇਨ ਕਰਨ ਲਈ ਅਸੀਂ ਕਹਿੰਦੇ ਜੀ ਵਾਟਰ ਦਾ ਐਨੋਮਲਸ ਬਿਹੇਵੀਅਰ ਐਕਸਪਲੇਨ ਕਰੋ ਕੀ ਆ। ਬੇਟੇ ਨਾਰਮਲ ਕਿਸੇ ਵੀ ਲਿਕੁਇਡ ਦੀ ਇਹ ਪ੍ਰੋਪਰਟੀ ਆ, ਜਦੋਂ ਮੈਂ ਉਹਨੂੰ ਹੀਟ ਕਰਨਾ ਸ਼ੁਰੂ ਕਰਾਂਗਾ, ਉਹਨੂੰ ਮੈਂ ਹੀਟ ਸਪਲਾਈ ਕਰਨੀ ਸ਼ੁਰੂ ਕਰਾਂ, ਉਹਦੇ ਮੋਲੀਕੂਲਰ ਐਕਸਪੈਂਸ਼ਨ ਹੋਏਗੀ। ਇਹ ਮਤਲਬ ਉਹਦਾ ਵੋਲੀਅਮ ਵੱਧਦਾ ਵਾ, ਠੀਕ ਹੈ। ਇਹ ਮੈਂ ਜਿੱਦਾਂ ਜਿੱਦਾਂ ਟੈਂਪਰੇਚਰ ਵੱਧਦਾ ਜਾਏਗਾ ਉਹਦਾ ਵੋਲੀਅਮ ਵੱਧਦਾ ਜਾਣਾ। ਤੇ ਡੈਂਸਿਟੀ ਹੁੰਦੀ ਆ ਮਾਸ ਬਾਈ ਵੋਲੀਅਮ, ਡੈਂਸਿਟੀ ਹੁੰਦੀ ਮਾਸ ਬਾਈ ਵੋਲੀਅਮ। ਇਹਦਾ ਮਤਲਬ ਇਹ ਹੋ ਗਿਆ ਗਿਵਨ ਮਾਸ ਵਾਸਤੇ ਠੀਕ ਹੈ ਉਹਦਾ ਵੋਲੀਅਮ ਐਕਸਪੈਂਡ ਕਰ ਰਿਹਾ ਤੇ ਉਹਦੀ ਡੈਂਸਿਟੀ ਇਹਦਾ ਮਤਲਬ ਮੇਰੇ ਕੋ ਡਿਕਰੀਜ਼ ਕਰ ਰਹੀ। ਤੇ ਜੇ ਮੈਂ ਹੁਣ ਰਿਵਰਸ ਕੰਡੀਸ਼ਨ ਬੋਲਾਂ ਕਿ ਜਦੋਂ ਕਿਸੇ ਸਬਸਟੈਂਸ ਨੂੰ ਮੈਂ ਠੰਡਾ ਕਰਦਾ ਪਿਆ, ਕਿਸੇ ਲਿਕੁਇਡ ਨੂੰ ਮੈਂ ਠੰਡਾ ਕਰਦਾ ਪਿਆ, ਤੇ ਉਹਦੀ ਪ੍ਰੋਪਰਟੀ ਹੈ ਕਿ ਠੰਡੇ ਹੋਣ ਦੇ ਉੱਤੇ ਉਹਦੇ ਐਸਐਚ ਮੋਲੀਕੂਲਰ ਐਕਸਪੈਂਸ਼ਨ ਘਟ ਜਾਂਦੀ ਆ, ਮਤਲਬ ਉਹਦਾ ਵੋਲੀਅਮ ਡਿਕਰੀਜ਼ ਕਰਦਾ ਤੇ ਉਹਦੀ ਡੈਂਸਿਟੀ ਇਨਕਰੀਜ਼ ਕਰਦੀ। क्या वर्ड समझ आए? Yes sir। ਹੁਣ ਜਦੋਂ ਅਸੀਂ ਐਸਐਚ ਇਹੀ ਸੇਮ ਚੀਜ਼ ਵਾਟਰ ਵਾਸਤੇ ਅਪਲਾਈ ਕਰਕੇ ਦੇਖਦੇ ਨਾ ਤਾਂ ਅਸੀਂ ਕਹਿੰਦੇ 0 ਤੋਂ ਲੈ ਕੇ 4 ਡਿਗਰੀ ਸੈਲਸੀਅਸ ਤੱਕ, 0 ਤੋਂ ਲੈ ਕੇ 4 ਡਿਗਰੀ ਸੈਲਸੀਅਸ ਤੱਕ ਵਾਟਰ ਦਾ ਬਿਹੇਵੀਅਰ ਉਹ ਐਬਨੋਰਮਲ ਆ। ਵਾਟਰ ਦਾ ਬਿਹੇਵੀਅਰ ਜਿਹੜਾ ਉਹ ਨਾਰਮਲ ਲਿਕੁਇਡ ਵਾਲਾ ਨਹੀਂ ਹੈਗਾ, ਠੀਕ ਹੈ। ਕੈਮਿਸਟਰੀ ਚ ਪੜੋਗੇ ਇਹਨੂੰ ਇਸ ਤੋਂ ਜ਼ਿਆਦਾ ਡਿਟੇਲ ਚ, ਉੱਤੇ ਇਹਦੀ ਹਾਈਡਰੋਜਨ ਬੌਂਡਿੰਗ ਪੜ੍ਹਦੇ ਹੋ। ਆਪਾਂ ਉਸ ਪਾਸੇ ਨੂੰ ਨਹੀਂ ਜਾਣਾ, ਆਪਾਂ ਸਿਰਫ ਔਰ ਸਿਰਫ ਉਹਦਾ ਐਨੋਮਲਸ ਬਿਹੇਵੀਅਰ ਚ ਹੁੰਦਾ ਕੀ ਉਹ ਦੱਸਾਂਗੇ। ਕਿ ਜਿਵੇਂ ਐਸ ਸੱਚ ਆ ਲੈ ਕੇ ਚੱਲਾਂ ਕਿ ਇਫ ਵੀ ਪਲਾਟ ਅ ਗ੍ਰਾਫ ਬਿਟਵੀਨ ਟੈਂਪਰੇਚਰ ਐਂਡ ਡੈਂਸਿਟੀ, ਠੀਕ ਹੈ। ਤੇ ਉਹ ਕਹਿੰਦਾ ਮੇਰੇ ਕੋਲ ਐਸ ਸੱਚ ਜਿਹੜੀ ਕੰਡੀਸ਼ਨ ਇਹ ਆਂਦੀ, ਇਹਦਾ ਗ੍ਰਾਫ ਕੁਝ ਇਸ ਵੇ ਨਾਲ ਬਣਦਾ ਵਾ। ਔਰ ਇਸ ਗ੍ਰਾਫ ਦੇ ਅੰਦਰ ਅਸੀਂ ਕੀ ਸ਼ੋ ਕਰਦੇ ਪਏ ਕਿ ਜਦੋਂ ਮੇਰੇ ਕੋਲ ਐਸ ਸੱਚ ਵਾਟਰ ਦਾ ਟੈਂਪਰੇਚਰ 4 ਡਿਗਰੀ ਸੈਲਸੀਅਸ ਆਂਦਾ, ਜਦੋਂ ਵਾਟਰ ਦਾ ਟੈਂਪਰੇਚਰ 4 ਡਿਗਰੀ ਸੈਲਸੀਅਸ ਆਂਦਾ ਉਦੋਂ ਇਹਦੀ ਡੈਂਸਿਟੀ ਜਿਹੜੀ ਨਾ ਉਹ 1000 ਕਿਲੋਗ੍ਰਾਮ ਪਰ ਮੀਟਰ ਕਿਊਬ ਆਂਦੀ ਹੈ। ਜੇ ਵਾਟਰ ਦਾ ਟੈਂਪਰੇਚਰ 4 ਡਿਗਰੀ ਤੋਂ ਘੱਟ ਵਾ ਹਨਾ, ਆ ਪਾਸੇ ਤਾਂ ਕਹਿੰਦਾ ਜੀ ਐਸ ਸੱਚ ਬਿਹੇਵੀਅਰ ਨਾਰਮਲ ਆ, ਠੀਕ ਹੈ ਨਾ। ਜਦੋਂ ਟੈਂਪਰੇਚਰ 4 ਤੋਂ 5 5 ਤੋਂ 10 10 ਤੋਂ 20 ਹੋਣਾ, ਟੈਂਪਰੇਚਰ ਵਧਦਾ ਜਾਣਾ, ਠੀਕ ਹੈ ਜੀ। ਇਹਦਾ ਮਤਲਬ ਵੋਲੀਅਮ ਵਧਦਾ ਜਾਣਾ, ਡੈਂਸਿਟੀ ਘਟਦੀ ਜਾਣੀ। ਗ੍ਰਾਫ ਇਦਾਂ ਹੀ ਬਣਨਾ ਸੀ। ਪਰ ਜਿਹੜੇ ਪਹਿਲੇ 4 ਡਿਗਰੀ ਤੱਕ ਦੀ ਕੰਡੀਸ਼ਨ ਆ ਉਹ ਚ ਪੁੱਠਾ ਹੋ ਰਿਹਾ ਕਿ 0 ਤੋਂ 4 ਡਿਗਰੀ ਸੈਲਸੀਅਸ ਵਾਲੇ ਰੇਂਜ ਦੇ ਅੰਦਰ ਟੈਂਪਰੇਚਰ ਦੇ ਵਧਣ ਨਾਲ ਡੈਂਸਿਟੀ ਵਧ ਰਹੀ, ਤੇ ਡੈਂਸਿਟੀ ਗਿਵਨ ਮਾਸ ਵਾਸਤੇ ਵੋਲੀਅਮ ਦੇ ਰੈਸੀਪ੍ਰੋਕਲ ਆ। ਇਹ ਜੇ ਡੈਂਸਿਟੀ ਵਧ ਰਹੀ ਆ ਤੇ ਵੋਲੀਅਮ ਉਹਦਾ ਘਟ ਰਿਹਾ ਵਾ, ਇਹਦਾ ਮਤਲਬ ਇਹ ਚੀਜ਼ ਹੋਈ ਕਿ 0 ਤੋਂ 4 ਡਿਗਰੀ ਸੈਲਸੀਅਸ ਦੇ ਅੰਦਰ ਵਾਟਰ ਦਾ ਬਿਹੇਵੀਅਰ ਨਾਰਮਲ ਲਿਕੁਇਡ ਵਕਨ ਨਹੀਂ ਹੈਗਾ। ਇਸੇ ਲਈ ਅਸੀਂ ਇਹਨੂੰ ਨਾਮ ਦਿੰਨੇ ਕਿ this is to be called as the anomalous expansion of water। ਵਾਟਰ ਦੀ ਐਕਸਪੈਂਸ਼ਨ ਐਨੋਮਲਸ ਹੁੰਦੀ ਆ, ਠੀਕ ਹੈ, ਨਾਰਮਲ ਲਿਕੁਇਡ ਵਕਨ ਨਹੀਂ ਹੁੰਦੀ 0 ਤੋਂ ਲੈ ਕੇ 4 ਡਿਗਰੀ ਸੈਲਸੀਅਸ ਦੇ ਅੰਦਰ। ਕਿਆ ਇੰਨੀ ਗੱਲ ਪਹਿਲਾਂ ਸਮਝ ਲੱਗੀ? Yes sir। Yes sir। ਇਹਦਾ ਮਤਲਬ ਇਹ ਹੋਇਆ 0 ਡਿਗਰੀ ਸੈਲਸੀਅਸ ਤੇ ਵਾਟਰ ਦੀ ਡੈਂਸਿਟੀ ਘੱਟ ਵਾ, 4 ਡਿਗਰੀ ਸੈਲਸੀਅਸ ਤੇ ਵਾਟਰ ਜ਼ਿਆਦਾ ਡੈਂਸਰ ਆ, ਠੀਕ ਹੈ। ਹੁਣ ਇਹਦੀ ਇਸੇ ਪ੍ਰੋਪਰਟੀ ਦੇ ਬਿਹਾਫ ਤੇ ਫਿਰ ਅਸੀਂ ਇਹ ਦੱਸਦੇ ਹਾਂ ਕਿ ਆਈਸ ਜਿਹੜੀ ਹੁੰਦੀ ਆ, ਠੀਕ ਹੈ, ਇਹ ਕਹਿੰਦਾ ਜੀ ਐਸ ਸੱਚ ਲਿਕੁਇਡ ਸਰਫੇਸ ਦੇ ਉੱਤੇ ਯਾਨੀ ਵਾਟਰ ਦੇ ਉੱਤੇ ਫਲੋਟ ਕਰਦੀ ਆ, ਕਿਉਂਕਿ ਆਈਸ ਬਣਦੀ 0 ਡਿਗਰੀ ਸੈਲਸੀਅਸ ਤੇ 0 ਡਿਗਰੀ ਸੈਲਸੀਅਸ ਤੇ ਆਈਸ ਦੀ ਡੈਂਸਿਟੀ ਉਹਦੇ ਵਾਟਰ ਜਿਹੜਾ 4 ਡਿਗਰੀ ਹੈਗਾ, ਠੀਕ ਹੈ, ਉਹਦੇ ਨਾਲੋਂ ਘੱਟ ਵਾ। ਤੇ ਜੇ ਡੈਂਸਿਟੀ ਆਈਸ ਦੀ ਘੱਟ ਵਾ ਤੇ ਲੈਸ ਡੈਂਸ ਬੋਡੀ ਜਿਹੜੀ ਉਹ ਫਲੋਟ ਕਰਦੀ। Yes sir। yes sir ਅਸੀਂ ਡਿਫਾਈਨ ਕਰਦੇ ਹਾਂ ਕਿ ਵੀ ਇਹ ਪੁੱਤ ਇੱਕ ਇੰਪੋਰਟੈਂਟ ਨੈਚੁਰਲ ਫਿਨੋਮੀਨਾ ਨੂੰ ਜਸਟੀਫਾਈ ਕਰਦੀ ਆ। ਅਸੀਂ ਕਹਿੰਦੇ ਨੈਚੁਰਲ ਫਿਨੋਮੀਨਾ ਵਾ ਕਿਹੜਾ ਕਿ ਵੀ ਅਸੀਂ ਕਹਿੰਦੇ ਜੀ ਜਿਹੜੀ ਜਿੰਨੀ ਇਕੁਏਟਿਕ ਲਾਈਫ ਆ, ਜਿੰਨੀ ਸਾਡੀ ਕਹਿੰਦਾ ਜੀ ਐਸ ਐਚ ਅੰਡਰ ਵਾਟਰ ਲਾਈਫ ਹੈਗੀ ਆ ਹਨਾ, ਉਹ ਇਕੁਏਟਿਕ ਲਾਈਫ ਦੀ ਸਰਵਾਈਵਲ ਵਿੰਟਰ ਚ ਜਦੋਂ ਪੋਸੀਬਲ ਆ ਉਹ ਵਾਟਰ ਦੇ ਇਸੇ ਐਨੋਮਲਸ ਬਿਹੇਵੀਅਰ ਕਰਕੇ ਆ। ਕਿਉਂ? ਅਸੀਂ ਉਹਨੂੰ ਜਸਟੀਫਾਈ ਇਦਾਂ ਕਰਦੇ ਹਾਂ
ਕਿ ਜਦੋਂ ਤੁਹਾਡੇ ਕੋਲ ਐਸ ਸੱਚ ਆਪਣਾ ਇਸ ਵੇਲੇ ਟੈਂਪਰੇਚਰ ਜਿਹੜਾ ਵਾ ਜੇ ਮੰਨ ਲਓ ਉਹ 20 ਡਿਗਰੀ ਹੋਵੇ, ਹੌਲੀ ਹੌਲੀ ਜਿੱਦਾਂ ਜਿੱਦਾਂ ਮੇਰੇ ਕੋਲ ਵਿੰਟਰ ਵੱਧਦੀ ਜਾਣੀ ਆ, ਸਰਦੀਆਂ ਵੱਧਦੀਆਂ ਜਾਣੀਆਂ, ਟੈਂਪਰੇਚਰ ਐਟਮੋਸਫੇਅਰ ਦਾ ਫਾਲ ਕਰਦਾ ਜਾਊ। Yes, sir. ਤੇ ਜੇ Yes, sir. ਮੈਂ ਰਿਵਰ ਦੀ ਗੱਲ ਕਰਾਂ ਜਾਂ ਮੈਂ ਕਿਸੇ ਕਹਿੰਦਾ ਲੇਕ ਦੀ ਗੱਲ ਕਰਾਂ, ਉਹਦੇ ਉੱਤੇ ਵੀ ਟੈਂਪਰੇਚਰ ਜਿੱਦਾਂ ਜਿੱਦਾਂ ਘਟਦਾ ਜਾ ਰਿਹਾ, ਠੀਕ ਹੈ ਜੀ, ਤੇ ਆਹ ਪ੍ਰਾਪਰਟੀ ਲੱਗੀ ਜਾਂਦੀ, ਟੈਂਪਰੇਚਰ ਰਿਡਿਊਸ ਹੁੰਦਾ ਜਾ ਰਿਹਾ, ਟੈਂਪਰੇਚਰ ਦੇ ਰਿਡਿਊਸ ਹੋਣ ਕਰਕੇ ਵੋਲੀਅਮ ਡਿਕਰੀਜ਼ ਹੁੰਦਾ ਜਾ ਰਿਹਾ, ਡੈਂਸਿਟੀ ਉਹਦੀ ਅੱਗੇ ਨਾਲੋਂ ਇਨਕਰੀਜ਼ ਹੁੰਦੀ ਜਾ ਰਹੀ। ਇਹ ਮਤਲਬ ਜੇ 20 ਡਿਗਰੀ ਤੇ ਡੈਂਸਿਟੀ ਉਹਦੀ ਇਹਦੇ ਇਕੁਇਵਲੈਂਟ ਸੀਗੀ, ਠੀਕ ਹੈ, ਜੇ ਟੈਂਪਰੇਚਰ 10 ਡਿਗਰੀ ਰਹਿ ਗਿਆ ਤੇ ਡੈਂਸਿਟੀ ਅੱਗੇ ਨਾਲੋਂ ਜੇ ਟੈਂਪਰੇਚਰ 20 ਤੋਂ 10 ਡਿਗਰੀ ਰਹਿ ਗਿਆ ਤੇ ਡੈਂਸਿਟੀ ਅੱਗੇ ਨਾਲੋਂ increase करके ਇਨਕਰੀਜ਼ ਕਰੂ। ਜੇ ਇਹਦੇ ਕੋਰਸਪੋਂਡਿੰਗ ਆਪਾਂ 20 ਡਿਗਰੀ ਸੈਲਸੀਅਸ ਲਿਖੀਏ ਤੇ ਇਹਦੇ ਕੋਰਸਪੋਂਡਿੰਗ ਡੈਂਸਿਟੀ ਦੀ ਵੈਲਿਊ ਮੇਰੇ ਕੋਲ ਆ ਕੁਝ ਗਿਵਨ ਆ, ਤੇ ਜੇ ਟੈਂਪਰੇਚਰ ਮੇਰਾ ਜਿਹੜਾ ਵਾ ਉਹ 10 ਡਿਗਰੀ ਰਹਿ ਗਿਆ ਤੇ ਡੈਂਸਿਟੀ ਅੱਗੇ ਨਾਲੋਂ ਵੱਧ ਗਈ। यस सर। ਪਰ ਜੇ ਇਹੀ ਪ੍ਰੋਸੈਸ ਕੰਟੀਨਿਊ ਹੁੰਦੇ 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 ਅਸੀਂ ਕਹਿੰਦੇ ਜੀ ਲੇਕ ਦੇ ਉੱਤੇ ਟੈਂਪਰੇਚਰ ਇਸ ਵੇਲੇ 4 ਡਿਗਰੀ ਸੈਲਸੀਅਸ ਹੋ ਗਿਆ, ਤੇ 4 ਡਿਗਰੀ ਸੈਲਸੀਅਸ ਤੇ ਆ ਕੇ ਮੈਂ ਇੱਕ ਚੀਜ਼ ਨੋਟ ਕਰ ਰਿਹਾ ਕਿ ਜਿਹੜਾ ਲੇਕ ਵਾਟਰ ਆ ਉਹਦੀ ਡੈਂਸਿਟੀ ਮੈਕਸਿਮਮ ਹੋ ਜਾਂਦੀ, ਤੇ ਜਦੋਂ ਕਿਸੇ ਚੀਜ਼ ਦੀ ਡੈਂਸਿਟੀ ਮੇਰੇ ਕੋਲ ਵੱਧਦੀ ਆ, ਡੈਂਸਿਟੀ ਵੱਧ ਰਹੀ ਆ, ਉਹ ਚੀਜ਼ ਭਾਰੀ ਹੁੰਦੀ ਜਾਊ। यस सर। yes sir Yes, sir. ਓਏ ਸਾਰਿਆਂ ਨੂੰ ਗੱਲ ਸਮਝ ਲੱਗਦੀ ਪਈ? Yes, sir. ਇਹਦਾ ਮਤਲਬ ਇਹ ਹੋਇਆ ਕਿ ਜਦੋਂ ਤੁਹਾਡਾ ਟੈਂਪਰੇਚਰ ਜਿਹੜਾ ਵਾ ਵਿੰਟਰ 'ਚ ਫਾਲ ਕਰਦਾ ਜਾ ਰਿਹਾ, ਟੈਂਪਰੇਚਰ ਦੇ ਫਾਲ ਕਰਨ ਦੇ ਨਾਲ ਵਾਟਰ ਜਿਹੜਾ ਲੇਕ 'ਚ ਪ੍ਰੈਜ਼ੈਂਟ ਹੈਗਾ ਉਹਦੀ ਡੈਂਸਿਟੀ ਅੱਗੇ ਨਾਲੋਂ ਇਨਕਰੀਜ਼ ਕਰਦੀ ਜਾ ਰਹੀ ਆ। Yes, Yes, sir. sir. Yes, sir. ਡੈਂਸਿਟੀ ਇਨਕਰੀਜ਼ ਕਰਦੀ, ਅਸੀਂ ਆਬਜ਼ਰਵ ਕੀਤਾ 4 ਡਿਗਰੀ ਸੈਲਸੀਅਸ ਤੇ ਜਾ ਕੇ ਉਹਦੀ ਡੈਂਸਿਟੀ ਮੈਕਸਿਮਮ ਹੋ ਗਈ, ਠੀਕ ਹੈ। ਜੇ ਵਾਟਰ ਦੀ ਡੈਂਸਿਟੀ 4 ਡਿਗਰੀ ਸੈਲਸੀਅਸ ਤੇ ਮੈਕਸਿਮਮ ਆ ਤੇ ਇਹਦਾ ਮਤਲਬ ਹੋ ਗਿਆ 4 ਡਿਗਰੀ ਸੈਲਸੀਅਸ ਤੇ ਵਾਟਰ ਜਿਹੜਾ ਵਾ ਹਨਾ ਉਹ ਮੈਕਸਿਮਮ ਡੈਂਸ ਹੋਣ ਕਰਕੇ ਭਾਰਾ ਹੋ ਜੂ। यस सर। Yes, sir. ਬੋਡੀ ਹਮੇਸ਼ਾ ਨੀਚੇ ਸੈਟਲ ਹੁੰਦੀ, यस सर। Yes, sir. Yes, sir. ਨੀਚੇ ਨੂੰ ਸੈਟਲ ਹੁੰਦੀ ਆ, ਤੇ ਇਹਦਾ ਮਤਲਬ ਹੋ ਗਿਆ ਜਿਹੜਾ ਮੇਰੇ ਕੋਲ ਮੋਰ ਡੈਂਸ ਵਾਟਰ 4 ਡਿਗਰੀ ਤੇ ਸਰਫੇਸ ਤੇ ਸੀਗਾ ਉਹ ਹੈਵੀ ਹੋਣ ਕਰਕੇ ਥੱਲੇ ਨੂੰ ਜਾਏਗਾ, ਤੇ ਜਿਹੜਾ ਅੰਦਰਲਾ ਪਾਣੀ ਮੇਰੇ ਕੋਲ ਹੈਗਾ ਹਨਾ ਲੇਕ ਦੇ ਉਹਦੇ ਅੰਦਰਲੇ ਸਾਈਡ ਪਾਣੀ ਹੈਗਾ ਉਹਦਾ ਟੈਂਪਰੇਚਰ ਮੇਰੇ ਕੋਲ 4 ਡਿਗਰੀ ਤੋਂ ਜ਼ਿਆਦਾ ਹੋਣ ਕਰਕੇ, ਕਿਉਂਕਿ ਸਰਫੇਸ ਤੇ ਠੰਡ ਵੱਧ ਰਹੀ ਪਹਿਲੋਂ, ਇਸ ਲਈ ਉਹ ਪਾਣੀ ਹੈਵੀ ਹੋਣ ਕਰਕੇ 4 ਡਿਗਰੀ ਵਾਲਾ ਜ਼ਿਆਦਾ ਡੈਂਸ ਹੋਣ ਕਰਕੇ ਉਹ ਡਾਊਨ ਜਾਏਗਾ, ਤੇ ਜਿਹੜਾ ਮੇਰੇ ਕੋਲ ਲੈਸ ਡੈਂਸ ਵਾਟਰ ਆ ਉਹ ਸਰਫੇਸ ਤੇ ਹੋਏਗਾ। यस सर। Yes, sir. ਜਿੱਦਾਂ ਜਿੱਦਾਂ ਹੁਣ ਟੈਂਪਰੇਚਰ 4 ਤੋਂ 3, 3 ਤੋਂ 2, 2 ਤੋਂ 1 ਆਂਦਾ ਜਾਏਗਾ, ਟੈਂਪਰੇਚਰ ਫਰਦਰ ਫਾਲ ਕਰਦਾ ਜਾਏਗਾ। ਜਦੋਂ ਟੈਂਪਰੇਚਰ 0 ਡਿਗਰੀ ਸੈਲਸੀਅਸ ਤੇ ਆ ਗਿਆ, ਵਾਟਰ ਕਨਵਰਟਡ ਇਨਟੂ ਆਈਸ। Yes, Yes, sir. sir. Yes, sir. ਉਹ ਵਾਟਰ ਆਈਸ ਚ ਕਨਵਰਟ ਹੋਇਆ ਤੇ ਆਈਸ ਦੀ ਡੈਂਸਿਟੀ ਉਹ 4 ਡਿਗਰੀ ਵਾਲੇ ਵਾਟਰ ਦੇ ਨਾਲੋਂ ਲੈਸ ਡੈਂਸ ਵਾ, Yes, sir. ਇਸ ਲਈ ਆਈਸ ਜਿਹੜੀ ਹੋਏਗੀ ਉਹ ਵਾਟਰ ਦੀ ਸਰਫੇਸ ਤੇ ਹਲਕੇ ਹੋਣ ਕਰਕੇ ਫਲੋਟ ਕਰੂਗੀ। Yes, sir. ਹੁਣ Yes, sir. ਸਰਫੇਸ ਦੇ ਉੱਤੇ ਲੇਕ ਦੀ ਸਰਫੇਸ ਦੇ ਉੱਤੇ ਟੈਂਪਰੇਚਰ 0 ਡਿਗਰੀ, ਜਿਹੜਾ ਪਾਣੀ ਅੰਦਰ ਸੀਗਾ ਮੇਰੇ ਕੋਲ ਹਨਾ ਉਹਦਾ ਟੈਂਪਰੇਚਰ 4 ਡਿਗਰੀ, ਤੇ ਇਹ ਡਿਫਰੈਂਸ ਆਫ ਟੈਂਪਰੇਚਰ ਆਫ 4 ਡਿਗਰੀ ਜਿਹੜਾ ਹੋਏਗਾ that will be responsible for the ਕਹਿੰਦਾ ਜੀ ਸਰਵਾਈਵਲ ਆਫ ਦਾ ਇਕੁਏਟਿਕ ਲਾਈਫ। ਇਹਦਾ ਮਤਲਬ ਜਿਹੜਾ ਉਹ 4 ਡਿਗਰੀ ਟੈਂਪਰੇਚਰ ਦਾ ਡਿਫਰੈਂਸ ਆ ਉਹਦੇ ਕਰਕੇ ਜਿਹੜਾ ਮੋਰ ਵਾਰਮਰ ਵਾਟਰ ਹੋ ਗਿਆ ਉਹ ਅੰਦਰਲੀ ਸਾਈਡ ਹੋ ਗਿਆ, ਤੇ ਜਿਹੜਾ ਲੈਸ ਵਾਰਮਰ ਵਾਟਰ ਹੋ ਗਿਆ ਉਹ ਮੇਰੇ ਕੋਲ ਸਰਫੇਸ ਤੇ ਆ ਗਿਆ। Yes, sir. Yes, sir. ਉਸ ਡਿਫਰੈਂਸ ਆਫ ਟੈਂਪਰੇਚਰ ਦੇ ਕਰਕੇ ਅਸੀਂ ਕਹਿੰਦੇ ਜੀ ਜਿਹੜੇ ਐਸਐਚ ਆਈਸ ਜਿਹੜੀ ਲੇਕ ਦੀ ਸਰਫੇਸ ਤੇ ਜੰਮੀ ਰਹਿੰਦੀ, ਤੇ ਥੱਲੜੇ ਪਾਸੇ ਮੇਰੇ ਕੋਲ ਜਿਹੜਾ ਟੈਂਪਰੇਚਰ 4 ਡਿਗਰੀ ਹੋਣ ਕਰਕੇ ਹਨਾ ਇਕੁਏਟਿਕ ਲਾਈਫ ਈਜ਼ੀਲੀ ਉੱਤੇ ਕਹਿੰਦਾ ਜੀ ਸਰਵਾਈਵ ਕਰ ਜਾਂਦੀ। ਇਹਦਾ ਮਤਲਬ ਵਾਟਰ ਦੇ ਇਸ ਐਨੋਮਲਸ ਬਿਹੇਵੀਅਰ ਦੇ ਕਰਕੇ ਕਈ ਵਾਰੀ ਕੁਐਸਚਨ ਆ ਸਕਦਾ ਪੇਪਰ 'ਚ, ਹਾਊ ਵੀ ਕੈਨ ਜਸਟੀਫਾਈ ਦਾ ਕਹਿੰਦਾ ਜੀ ਸਰਵਾਈਵਲ ਆਫ ਦਾ ਇਕੁਏਟਿਕ ਲਾਈਫ, ਠੀਕ ਹੈ ਜੀ, ਔਨ ਦਾ ਬੇਸਿਸ ਆਫ ਐਨੋਮਲਸ ਬਿਹੇਵੀਅਰ ਆਫ ਵਾਟਰ। ਤੇ ਤੁਸੀਂ ਇਸ ਗ੍ਰਾਫ ਦੀ ਹੈਲਪ ਨਾਲ ਉਸ ਕੁਐਸਚਨ ਨੂੰ ਜਸਟੀਫਾਈ ਕਰੋਗੇ। ਕੀ ਆ ਸਮਝ ਲੱਗਿਆ? यस सर। Yes, sir. ਇਹਨਾਂ ਸਾਰਿਆਂ ਨੂੰ ਸਮਝ ਆਇਆ? ਜਿਹੜੇ ਗੂੰਗੇ ਹੁਣ ਤੱਕ ਸੀਗੇ ਕਿ ਉਹਨਾਂ ਨੂੰ ਸਮਝ ਆਇਆ? yes sir ਇੱਕ ਬੋਲਿਆ, ਬਾਕੀ ਬੋਲੋ। sir